बचा हो गया किमें लगी आ लगी सुनो कला कला कैबिन बन लो कला कला कैबिन लगी हाँ जी नाम क्या है? 10 मिनट रुक लो पानी मारना पड़ेगा सर वाइट पड़ेगी ना फायर सिलेंडर वाली बहुत सही जाएगी ना इस पर वही मारो तो सही जाएगा वो बड़ी बढ़िया वो पीछे बढ़िया वो कहाँ पर मैं ले आऊँ वो भाई दूसरे हमारे चेक कर देते हैं की गल हुई सी आ जी अग लगे मैं लगे थोड़ा पता लग्या ये अग जब उत्थे बैठे सी हाँ जी जब डॉक्टर ने सारा धुआ गया कितों आंदा है हाँ वो अपने बल्ले से बोलते ये कहते आए अज ना अग लगी जब देखा सारी भापड़ कटे जब फूल मारे इन्होंने ये कहता मैं रेठी मैं आ जाऊँ सारा बनता अच्छा क्या अग लगी है ਇੱਥੇ ਚੌਕੀਦਾਰ ਲੱਗਿਆ ਹੋਇਆ ਮਾਰਕੀਟ ਦੇ ਵਿੱਚ ਉਹਨੇ ਫੋਨ ਕਰਿਆ ਸੀਗਾ ਬੈਂਕ ਨੂੰ ਅੱਗ ਲੱਗ ਗਈ ਅਸੀਂ ਗਸਤ ਕਰ ਰਹੇ ਸੀ ਮੌਕੇ ਤੇ ਪਹੁੰਚੇ ਤਾਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਤੇ ਕੰਟਰੋਲ ਨੂੰ ਮੈਸੇਜ ਲਾਇਆ ਗਿਆ ਤੇ ਫਾਇਰ ਬ੍ਰਿਗੇਡ ਪਹੁੰਚ ਗਿਆ ਅੱਗ ਕਾਬੂ ਕਰ ਲਈ ਗਈ ਆ ਮਰੀਜ਼ ਸਾਹਿਬ ਪਹੁੰਚ ਚੁੱਕੇ ਪਤਾ ਲੱਗਿਆ ਕਿਵੇਂ ਲੱਗੀ ਹੈਗੀ ਆ ਇਹ ਸ਼ਾਰਟ ਸਰਕਟ ਹੋਇਆ ਕੀ ਹੋਇਆ ਸਾਨੂੰ ਪੁਲਿਸ ਕੰਟਰੋਲ ਰੂਮ ਖੰਨਾ ਤੋਂ ਫੋਨ ਆਇਆ ਵੀ ਪੰਜਾਬ ਨੈਸ਼ਨਲ ਬੈਂਕ ਬੀਜੇ ਵਿਖੇ ਅੱਗ ਲੱਗੀ ਹੈ ਸੂਚਨਾ ਮਿਲਦੇ ਹੀ ਸਾਡੀ ਟੀਮ ਪਹੁੰਚ ਗਈ ਇੱਥੇ 7-8 ਮਿੰਟ 'ਚ ਅਸੀਂ ਪਹੁੰਚ ਗਏ ਪੰਜਾਬ ਪੁਲਿਸ ਦੇ ਜਵਾਨ ਸਾਰੇ ਇੱਥੇ ਪਹੁੰਚੇ ਸੀ ਸਾਡੇ ਤੋਂ ਪਹਿਲਾਂ ਇਹਨਾਂ ਨੇ ਵੀ ਸਾਡੇ ਨਾਲ ਬਹੁਤ ਹੈਲਪ ਕਰੀ ਹੈ ਸਟਰੋਂਗ ਰੂਮ ਅਸੀਂ ਮੈਂ ਦੱਸਦਾ ਤੁਹਾਡੀ ਜਾਣਕਾਰੀ ਲਈ ਸਟਰੋਂਗ ਰੂਮ ਨੂੰ ਮੇਨ ਬਚਾ ਲਿਆ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਹੋਇਆ ਪਰ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ ਅੱਗ ਲੱਗਣ ਦਾ ਕਾਰਨ ਕੀ ਹੈਗਾ ਜੀ ਸ਼ਾਰਟ ਸਰਕਟ ਅੰਦਰ ਲੱਗਦਾ ਵੀ ਇੱਕ ਏਸੀ ਤੋਂ ਅੱਗੇ ਸਪਾਰਕਿੰਗ ਹੋ ਗਈ ਔਰ ਅੱਗੇ ਅੱਗ ਵੱਧ ਗਈ ਤੇ ਕੋਈ ਨੁਕਸਾਨ ਕਿੰਨਾ ਕੁ ਹੋਣ ਦੀ ਸੰਭਾਵਨਾ ਨਹੀਂ ਮੈਨੇਜਰ ਹੀ ਲਗਾਉਣਗੇ ਅੰਦਾਜ਼ਾ ਜਾਂ ਮਾਰਨਿੰਗ ਪਤਾ ਲੱਗੂਗਾ ਕੋਈ ਜਾਨੀ ਲਾਸ ਨਹੀਂ ਹੋਇਆ ਇਹਦੇ ਵਿੱਚ ਕੀ ਨਾਮ ਹੈ ਜੀ अमरनाथ बीजा ब्रांच शाखा से हाँ जी आग जो है शॉर्ट सर्किट से लगी हुई है बाकी इसकी कल हम सर्कल ऑफिस से बुला के एक बार जांच करवा लेंगे क्या चीज़ है क्या प्रॉब्लम की वजह से हुई है बाकी उतना नुकसान हुआ नहीं अपना जो पुराने डॉक्यूमेंट्स थे जो ओबीसी ब्रांच थी
उसके साथ जो मर्ज हुआ था वो पुराने डॉक्यूमेंट्स है, मेन वही जले हुए हैं। स्ट्रॉन्ग रूम वगैरह? स्ट्रॉन्ग रूम बिल्कुल सेफ़ है, बाकी अंदर फर्नीचर वगैरह जो पीसीज वगैरह होती हैं, प्रिंटर वगैरह होते हैं, सब सेफ़ है। वो बस एसी की वजह से, जहाँ एसी था उतने ही दूर में जो डॉक्यूमेंट रखे हुए थे जो हम डेली यूज़ में यूज़ करते हैं वाउचर भरवाने के लिए, बस वही जले हुए हैं। नुकसान कितना को लगता है? नुकसान सर बहुत ज़्यादा नहीं हुआ, नुकसान बहुत ही कम ही हुआ है, इसलिए क्योंकि जल्दी से काबू भी पा लिया गया और थोड़े से जगह पे हुई थी। फायर ब्रिगेड मौके पे आ गई थी? हाँ, वो टाइम से आ गई थी। बाकी हमारे थाने से बहुत अच्छी मदद मिली, तुरंत जल्दी आए, जल्दी कार्रवाई हुई, हम भी जल्दी पहुँचे, सब चीज़ अभी काबू में है। सिटी हेडलाइंस से मैं ਤੁਹਾਡੇ ਨਾਲ ਕਲਪਨਾ ਮੌਰਿਆ। पिछले 4-5 दिन तो अभी देख रहे हैं कि वो कोई एक्ट करेगी, पर हाल तक कोई एक्ट मजबूरी ਦੇ ਨਾਲ ਇਹ ਸਟ੍ਰਾਈਕ ਕੀਤੀ। ਸਰ ਆਮ ਲੋਕਾਂ ਨੂੰ ਪੇਸ਼ੈਂਟਸ ਨੂੰ ਜੋ ਆਉਂਦੇ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਇਸ ਤਰੀਕੇ ਅੱਜ ਦੀ ਜਿਹੜੀ ਸਟ੍ਰਾਈਕ ਹੈ ਇਹਨਾਂ ਸਟ੍ਰਾਈਕ ਕੀ ਵਜ੍ਹਾ ਰਹੀ ਅੱਜ ਡਾਕਟਰਸ ਦੀ ਸਟ੍ਰਾਈਕ? ਇਹ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ 'ਚ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਹੈ ਪੇਸ਼ ਕੀਤੀ ਸੀਗੀ ਵਿਧਾਨ ਸਭਾ 'ਚ ਆਪਣੇ ਕੈਬਨਿਟ ਦੇ ਵਿੱਚ, ਤੇ ਉਸ ਦੇ ਨਾਲ ਸਾਨੂੰ ਬਹੁਤ ਰੋਸ ਹੈ। ਲੋਕਾਂ ਨੂੰ ਬੜੀਆਂ ਉਮੀਦਾਂ ਸੀਗੀਆਂ ਬੰਨੀਆਂ ਹੋਈਆਂ ਪੰਜਾਬ ਸਰਕਾਰ ਨੇ ਕਿ ਇਲੈਕਸ਼ਨਾਂ ਦੇ ਦਿਨ ਨੇੜੇ ਆ ਰਹੇ ਨੇ ਤੇ ਪੇ ਕਮਿਸ਼ਨ ਦੀ ਰਿਪੋਰਟ ਆਏਗੀ, ਸ਼ਾਇਦ ਖੁਸ਼ ਕਰਨਗੇ, ਪਰ ਹਰੇਕ ਵਰਗ ਨਾਰਾਜ਼ ਕਰ ਦਿੱਤਾ ਇਹਨਾਂ ਨੇ। ਅੱਜ ਹਰੇਕ ਵਰਗ ਦੇ ਇੰਪਲਾਈ ਜਿਹੜੇ ਨੇ ਸਰਕਾਰੀ ਸਟ੍ਰਾਈਕ 'ਤੇ ਉਤਰੇ ਹੋਏ ਨੇ। ਦਫ਼ਤਰਾਂ 'ਚ ਕਲਰਕ ਵੀ ਕੋਈ ਨਹੀਂ ਕੰਮ ਕਰ ਰਹੇ, ਡੀਸੀ ਦੇ ਦਫ਼ਤਰ 'ਚ ਨਹੀਂ ਕੰਮ ਹੋ ਰਹੇ, ਡੀਟੀਓ ਦੇ ਦਫ਼ਤਰ 'ਚ ਨਹੀਂ ਕੰਮ ਹੋ ਰਹੇ, ਤੇ ਸਾਡੇ ਮਹਿਕਮੇ ਦੇ ਵੀ ਕਲਰਕ ਸਾਰੇ ਹੜਤਾਲ 'ਤੇ ਚੱਲ ਰਹੇ ਨੇ ਉਸੇ ਦਿਨ ਦੇ। ਤੇ ਹੁਣ ਡਾਕਟਰਾਂ ਨੇ ਵੀ ਇਹ ਕੰਮ ਉਲੀਕਿਆ ਹੈਗਾ ਕਿ ਜਦੋਂ ਸਰਕਾਰ ਨੇ ਇਹ ਕਰੋਨਾ ਦੇ ਦਿਨਾਂ 'ਚ ਪੈਂਡੇਮਿਕ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੂੰ ਚਾਹੀਦਾ ਸੀ ਇਹ ਕੁਛ ਦਿਨ ਹੋਰ ਰੁਕ ਲੈਂਦੇ, ਘੱਟੋ ਘੱਟ ਪੈਂਡੇਮਿਕ ਦਾ ਜੋ ਦੌਰ ਚੱਲ ਰਿਹਾ ਉਸ ਨੂੰ ਠੀਕ ਹੋਣ ਦਿੰਦੇ। ਉਹਨਾਂ ਨੇ ਸਾਡੇ ਵਿੱਚ ਵੀ ਰੋਸ ਪੈਦਾ ਕਰ ਦਿੱਤਾ ਹੈ। ਸਰਕਾਰ ਨੇ ਸਾਡੇ ਕੰਮ ਦੀ ਸ਼ਲਾਘਾ ਤੇ ਕੀ ਕਰਨੀ ਸੀ, ਸਰਕਾਰ ਕਿੱਥੇ ਸਾਨੂੰ ਜਥੇਬੰਦੀਆਂ ਨੇ ਦੂਜੀਆਂ NGOs ਵਗੈਰਾ ਹੋਰ ਥਾਂ ਥਾਂ 'ਤੇ ਸਨਮਾਨਿਤ ਕਰਦੇ ਪਏ ਨੇ ਕਿ ਇਹ ਯੋਧਾ ਮੂਹਰੇ ਹੋ ਕੇ ਲੜਾਈ ਲੜ ਰਹੇ ਨੇ ਕਰੋਨਾ ਦੀ, ਜਿਹੜੀ ਕਿ ਇੱਕ ਛੁਪੀ ਹੋਈ ਲੜਾਈ ਹੈ। ਇੱਕ ਬਾਰਡਰ ਦੇ ਉੱਤੇ ਲੜਾਈ ਹੁੰਦੀ ਹੈ, ਉਹ ਫੌਜਾਂ ਨੂੰ ਦੁਸ਼ਮਣ ਸਾਹਮਣੇ ਦਿਖ ਰਿਹਾ ਹੁੰਦਾ ਹੈ ਤੇ ਹੱਥ 'ਚ ਵੀ ਉਹਨਾਂ ਦੇ ਬੰਦੂਕਾਂ ਹੁੰਦੀਆਂ। ਇੱਥੇ ਸਾਡੇ ਹੱਥ ਵੀ ਨਹੀਂ ਹੱਥੇ ਤੇ ਦੁਸ਼ਮਣ ਵੀ ਨਹੀਂ ਦਿਖਦਾ ਪਿਆ। ਐਡੀ ਵੱਡੀ ਅਸੀਂ ਲੜਾਈ ਜਿਹੜੀ ਹੈ ਸਿਹਤ ਦੇ ਕਾਮੇ ਲੜ ਰਹੇ ਹਾਂ, ਤੇ ਸਰਕਾਰ ਨੇ ਉਹਨਾਂ ਨੂੰ ਸਾਨੂੰ ਰੋਲ ਦਿੱਤਾ, ਸਾਨੂੰ ਨਿਰਾਸ਼ ਕਰ ਦਿੱਤਾ। ਕਿੱਥੇ ਸਾਨੂੰ ਤਨਖਾਹਾਂ ਵਧਣ ਦੀ ਉਮੀਦ ਸੀ, ਸਰਕਾਰ ਨੇ ਤਨਖਾਹਾਂ ਘਟਾਉਣ ਦਾ ਹੁਕਮ ਜਾਰੀ ਕੀਤਾ, ਤੇ ਇਸ ਕਰਕੇ ਅਸੀਂ ਸਾਰੇ ਹੁਣ ਇਕੱਠੇ ਹੋਏ ਹਾਂ। ਇਹਦੇ 'ਚ ਸਿਰਫ ਸਾਡੇ PCMS ਦੇ ਡਾਕਟਰ ਹੀ ਨਹੀਂ, ਸਾਡੇ ਸਪੈਸ਼ਲਿਸਟ ਡਾਕਟਰ, MOs, रूरल मेडिकल ऑफिसर, डेंटल डॉक्टर्स, आयुर्वेदिक डॉक्टर्स ते वैटरनरी डॉक्टर्स, हरेक तरह के डॉक्टर साडे नाल इकट्ठे ने। ते असी सरकार नूं बार-बार ये गल्लां करके साडे आगू भी अगे जाके गल्लां करके आए ने, वार्निंग दे रहे सी पिछले दिनां कि ये वापस ले लो। सरकार उस तरह ही ढिला मिस्सा चली जाती पई है। एक पता लग्या ਸਮਾਂ ਰਹਿ ਗਿਆ ਜਿਹੜੇ ਕਰੋਨਾ ਦੇ ਨਾਲ ਡਾਕਟਰ ਲੜਾਈ ਲੜ ਰਹੇ ਸੀ ਉਹਨਾਂ ਨੂੰ ਅੱਜ ਸਰਕਾਰ ਨਾਲ ਲੜਾਈ ਲੜਨੀ ਹੈ। ਜਿੱਥੇ ਅਸੀਂ ਪੂਰੇ ਹੋ ਕੇ ਕਰੋਨਾ ਦੇ ਨਾਲ ਲੜਾਈ ਲੜ ਰਹੇ ਸੀਗੇ, ਲੋਕਾਂ ਦੀ ਸੇਵਾ ਕਰ ਰਹੇ ਸੀਗੇ, ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸਾਨੂੰ ਰੋਲ ਦਿੱਤਾ ਸਰਕਾਰ ਨੇ, ਤੇ ਸਾਨੂੰ ਹੁਣ ਸਰਕਾਰ ਦੇ ਨਾਲ ਹੀ ਲੜਾਈ ਲੜਨੀ ਪੈ ਰਹੀ ਹੈ। ਕਿਉਂਕਿ ਸਰਕਾਰ ਨੇ ਜੋ ਫੈਸਲਾ ਲਿੱਤਾ ਹੈ, ਸਾਡਾ ਨੌਨ ਪ੍ਰੈਕਟਿਸਿੰਗ ਅਲਾਊਂਸ ਜੋ ਕਿ ਅਸੀਂ 1999 ਦੇ ਵਿੱਚ 89 ਦੇ ਵਿੱਚ 86 ਦਿਨਾਂ ਦੀ ਲਗਾਤਾਰ ਸੰਘਰਸ਼ ਕਰਕੇ ਸਰਕਾਰ ਕੋਲੋਂ ਪ੍ਰਾਪਤ ਕੀਤਾ ਸੀ, ਨੌਨ ਪ੍ਰੈਕਟਿਸਿੰਗ ਅਲਾਊਂਸ 25% ਐਂਡ ਪਾਰਟ ਆਫ ਬੇਸਿਕ ਪੇ, ਉਹ ਸਰਕਾਰ ਨੇ ਘਟਾ ਕੇ 32 ਸਾਲਾਂ ਤੋਂ ਬਾਅਦ ਆਪਣੇ ਆਪ ਹੀ ਫੈਸਲਾ ਲੈ ਲਿਆ। ਪਤਾ ਨਹੀਂ ਕਹਿੰਦੇ ਖਜ਼ਾਨੇ ਭਰਨ ਲਈ ਪੈਸੇ ਦੀ ਜ਼ਰੂਰਤ ਹੈ, ਤੇ ਇਹਨਾਂ ਨੂੰ ਇਹ ਯੋਧਾ ਦੀ ਤਨਖਾਹ ਘਟਾਉਣ ਵਾਲੀ ਸੁਝੀ ਹੈ। ਲਾਂਤ ਹੈ ਇਸ ਤਰ੍ਹਾਂ ਦੇ ਕਰੋ, ਜਿੰਦ ਮੁਰਦਾਬਾਦ ਕਰਿਓ। ਮਨਪ੍ਰੀਤ ਬਾਦਲ ਮੁਰਦਾਬਾਦ, ਪੰਜਾਬ ਸਰਕਾਰ ਹਾਏ ਪੰਜਾਬ ਸਰਕਾਰ, ਹਾਏ 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 ਹਾਏ। ਤਾਂ ਸਰਕਾਰ ਨੇ ਇਹ 32 ਸਾਲਾਂ ਬਾਅਦ ਫੈਸਲਾ ਲੈ ਕੇ ਸਾਡਾ NPA 25% ਤੋਂ ਘਟਾ ਕੇ 20% ਕੀਤਾ, ਔਰ ਨਾਲੇ ਪਾਰਟ ਆਫ ਬੇਸਿਕ ਪੇ ਨਹੀਂ ਰਹੇਗਾ, ਬਾਕੀ ਦੇ ਪੱਤੇ ਇਸ ਦੇ ਉੱਤੇ ਨਹੀਂ ਲਾਗੂ ਹੋਣਗੇ, ਜਿਸ ਕਰਕੇ ਸਾਡੀ ਤਨਖਾਹ ਬੜੀ ਘਟੇਗੀ ਔਰ ਪੈਨਸ਼ਨਰ ਜਿਹੜੇ ਨੇ ਉਹਨਾਂ ਦੀ ਪੈਨਸ਼ਨ ਵੀ ਘਟੇਗੀ। ਤਾਂ ਇਸ ਹੜਤਾਲ 'ਚ ਸਿਰਫ ਅਸੀਂ ਮੈਡੀਕਲ ਆਫੀਸਰ ਤੇ SMO ਹੀ ਨਹੀਂ, ਸਿਵਲ ਸਰਜਨ ਤੇ ਡਾਇਰੈਕਟਰ ਵੀ ਅਫੈਕਟਡ ਨੇ, ਸਾਰੇ ਜਣੇ ਅਸੀਂ ਸਟ੍ਰਾਈਕ ਕਰ ਰਹੇ ਹਾਂ। ਕਿਸੇ ਨੇ ਕਾਲੇ ਬਿੱਲੇ ਲਾਏ ਨੇ ਤੇ ਰੋਸ ਜ਼ਾਹਰ ਕਰ ਰਹੇ ਹਾਂ। ਜੇ ਸਰਕਾਰ ਨੇ ਇਹ ਸਾਡੀ ਮੰਗ ਨਾ ਮੰਨੀ, ਅੱਜ ਇਹ ਅਸੀਂ ਹੜਤਾਲ ਇੱਕ ਦਿਨ ਦੀ ਹੀ ਕੀਤੀ ਹੈ,
ਤਾਂ ਅੱਗੇ ਸੰਘਰਸ਼ ਹੋਰ ਤੇਜ਼ ਕਰਾਂਗੇ। ਇਹ ਸਰਕਾਰ ਨੂੰ ਵਾਰਨਿੰਗ ਦਿੱਤੀ ਹੈ ਇਹ, ਤੇ ਜੇ ਸਾਨੂੰ ਜ਼ਰੂਰਤ ਪਈ ਇਲੈਕਸ਼ਨਾਂ ਨਜ਼ਦੀਕ ਨੇ ਤੇ ਅਸੀਂ ਜ਼ੋਰ ਲਾ ਦੇਣਾ ਪੂਰਾ ਹਰੇਕ ਡਾਕਟਰ ਦੇ ਨਾਲ। ਕਾਫੀ ਪਬਲਿਕ ਜੁੜੀ ਹੋਈ ਹੈ, ਸਰਕਾਰ ਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਆਉਣ ਵਾਲੇ ਦਿਨਾਂ 'ਚ ਇਹ ਜੇ ਜ਼ਰੂਰਤ ਪਈ ਸੰਘਰਸ਼ ਨੂੰ ਇਲੈਕਸ਼ਨਾਂ ਤੱਕ ਲੈ ਕੇ ਜਾਵਾਂਗੇ। ਡਾਕਟਰ ਯੂਨਿਟੀ ਜਿੰਦਾਬਾਦ, ਜਿੰਦਾਬਾਦ ਡਾਕਟਰ ਯੂਨਿਟੀ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ 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 ਮੁਰਦਾਬਾਦ। ਗਰੁੱਪ ਜਿਹੜੇ ਸੰਗੀਤ ਪ੍ਰਕਾਰ ਦੇ ਚੱਲ ਰਹੇ ਪੂਰੇ ਪੰਜਾਬ ਦੇ ਵਿੱਚ ਸਭ ਦਾ ਹੀ ਕਹਿਣਾ ਕੰਮ ਤੋਂ ਬਗੈਰ ਬੇਰੁਜ਼ਗਾਰ ਕਲਾਕਾਰ ਕਿੱਥੇ ਜਾਣ। ਸਰਕਾਰ ਨੇ ਸਾਰ ਨਹੀਂ ਲਈ ਕਿ ਅੱਜ ਇਹ ਕਲਾਕਾਰਾਂ ਦਾ ਕੱਟ ਹੋਣ ਤੇ ਜਾਗਰਣ ਤੇ ਚਾਹੇ ਮੇਲਿਆਂ ਦੇ ਵਿੱਚ ਚਾਹੇ ਵਿਆਹ ਸ਼ਾਦੀ ਜਾਂ ਸੱਭਿਆਚਾਰਕ ਪ੍ਰੋਗਰਾਮ ਕਰਨ ਦੇ ਉੱਤੇ ਇਹ ਕੱਟ ਹੋਣ ਤੇ ਪਾਬੰਦੀ ਲਾ ਰਹੀ ਹੈ ਸਰਕਾਰ। ਪਰ ਸਰਕਾਰ ਇਹ ਨਾ ਭੁੱਲੇ ਆਪਾਂ ਸਰਕਾਰ ਦਾ ਪ੍ਰਸ਼ਾਸਨ ਦਾ ਵੀ ਨਾਲ ਸਾਥ ਦੇਣਾ ਹੈ। ਜਿਨ੍ਹਾਂ ਦੇ ਬਾਈਕ ਐਕਟਿਵਾ ਪਰਲੇ ਪਾਸੇ ਖੜੇ ਨੇ ਉਹ ਆਪਣੇ ਬਾਈਕ ਸਵਾਰ ਕਿਤੇ ਸਰਕਾਰ ਪੰਜਾਬ ਸਰਕਾਰ ਮੁਰਦਾਬਾਦ। ਇਹ ਕਿਸੇ ਕੋਈ ਇਕੱਲੇ ਜਾਣੇ ਦਾ ਕੰਮ ਨਹੀਂ, ਖੁੱਲਾ ਸਾਰਿਆਂ ਦੇ ਕੰਮ ਆਪਾਂ ਆਲਾ ਅਟੈਚ ਆ ਸਾਰੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੌਰ ਸਿੰਮੀ। ਅੱਜ ਸਾਡੇ ਪ੍ਰਧਾਨ ਜੀ ਬੰਟੀ ਕੰਡਿਆਰਾ ਜੀ ਨੇ ਜਿਹੜੀ ਇੱਥੇ ਕਲਾਕਾਰਾਂ ਦੇ ਹੱਕ ਵਿੱਚ ਇੱਥੇ ਰੋਸ ਪ੍ਰਦਰਸ਼ਨ ਕੀਤਾ ਵਾ। ਸਰਕਾਰਾਂ ਤੱਕ ਸਾਡੀ ਜਿਹੜੀ ਗੁਹਾਰ ਲਗਾਣੀ, ਕਿਉਂਕਿ ਅਸੀਂ 18 ਮਹੀਨੇ ਤੋਂ ਵਿਹਲੇ ਆ, ਬੇਰੁਜ਼ਗਾਰ ਆ। ਸਾਡੀ ਬੇਨਤੀ ਹੈ ਕਿ ਸਾਡੇ ਕੰਮਕਾਰ ਚਲਾਏ ਜਾਣ। ਅਸੀਂ ਸਰਕਾਰ ਤੋਂ ਕੁਝ ਨਹੀਂ ਮੰਗਦੇ, ਅਸੀਂ ਨਹੀਂ ਕਹਿੰਦੇ ਕਿ ਸਾਨੂੰ ਮਤਲਬ ਸਾਡੀ ਹੈਲਪ ਕਰਨ, ਸਿਰਫ ਸਾਡੇ ਕੰਮਕਾਰ ਚਲਾ ਦੇਣ ਬਸ। ਸਾਨੂੰ ਹੋਰ ਕੁਝ ਨਹੀਂ। ਪ੍ਰਦਰਸ਼ਨ ਕਰ ਰਹੇ ਹੋ ਅੱਜ ਤੱਕ ਕੀ ਪ੍ਰਦਰਸ਼ਨ ਹੈ? ਸੌਰੀ, ਅੱਜ ਤੱਕ ਹੀ ਪ੍ਰਦਰਸ਼ਨ ਕਰ ਬਿਲਕੁਲ ਅੱਜ ਤੱਕ ਹੀ ਪ੍ਰਦਰਸ਼ਨ ਆ, ਪਰ ਜੇ ਸਾਡੀ ਨਹੀਂ ਸੁਣਵਾਈ ਹੋਏਗੀ ਤਾਂ ਫਿਰ ਅਸੀਂ ਅੱਗੇ ਵੀ ਜਾਵਾਂਗੇ ਜੀ। ਇਸ ਤੋਂ ਇਲਾਵਾ ਤੁਸੀਂ ਇਸੇ ਨਾਲ ਲੜਨ ਸਾਡੇ ਕਲਾਕਾਰ ਭਾਈਚਾਰੇ ਨਾਲ ਜਿੰਨੇ ਵੀ ਜੁੜੇ ਲੋਕ ਆ 18 ਮਹੀਨਿਆਂ ਤੋਂ ਸਾਡੇ ਕੰਮਕਾਰ ਬੰਦ ਪਏ ਔਰ ਬੇਰੁਜ਼ਗਾਰੀ ਦੇ ਕਾਰਨ ਕਲਾਕਾਰਾਂ ਦੇ ਪਰਿਵਾਰ ਚਲਾਉਣੇ ਬਹੁਤ ਮੁਸ਼ਕਲ ਹੋਇਆ ਹੈ। ਅਸੀਂ ਵੀ ਸਰਕਾਰ ਨੂੰ ਬੇਨਤੀ ਕਰਦੇ ਸਾਡੇ ਵੀ ਕੰਮਕਾਰ ਖੋਲ੍ਹੇ ਜਾਣ, ਜਿੱਦਾਂ ਬਾਕੀ ਸਾਰੇ ਕੰਮਕਾਰ ਖੋਲ੍ਹ ਦਿੱਤੇ ਗਏ ਆ। ਸਾਡੇ ਲਈ ਕੋਈ ਗਾਈਡਲਾਈਨ ਅੱਜ ਤੱਕ ਨਹੀਂ ਆਈ ਸਰਕਾਰ ਵੱਲੋਂ, ਇਸ ਕਰਕੇ ਅੱਜ ਧਰਨਾ ਪ੍ਰਦਰਸ਼ਨ ਮੰਗ ਇੱਕੋ ਹੀ ਹੈ, ਸਾਡੇ ਵੀ ਕੰਮਕਾਰ ਖੋਲ੍ਹੇ ਜਾਣ, ਭਾਵੇਂ ਘੱਟ ਗਿਣਤੀ 'ਚ ਖੋਲ੍ਹੇ ਜਾਣ। ਸਾਨੂੰ ਹੋਰ ਕੋਈ ਪੈਕੇਜ ਨਹੀਂ ਚਾਹੀਦਾ, ਨਾ ਸਰਕਾਰ ਵੱਲੋਂ ਅਸੀਂ ਕੁਝ ਲਿਆ। ਸਾਨੂੰ ਅਸੀਂ ਕੰਮਕਾਰ ਦੀ ਮੰਗ ਹੈ, ਸਾਡਾ ਕੰਮ ਖੁੱਲ੍ਹਣਾ ਚਾਹੀਦਾ ਬਸ। ਬਿਜਲੀ ਸਪਲਾਈ ਪੂਰੀ ਕਰੋ, ਪੂਰੀ ਕਰੋ, ਪੂਰੀ ਕਰੋ। ਬਿਜਲੀ ਸਪਲਾਈ ਪੂਰੀ ਕਰੋ, ਪੂਰੀ ਕਰੋ, ਪੂਰੀ ਕਰੋ। ਪੰਜਾਬ ਸਰਕਾਰ ਦੇ ਖੋਖਲੇ ਵਾਅਦੇ ਖੋਖਲੇ ਵਾਅਦੇ ਮੁਰਦਾਬਾਦ, ਮੁਰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ। ਠੀਕ ਹੈ ਜੀ, ਤੁਸੀਂ ਧੰਨਵਾਦ ਤੁਹਾਡਾ। ਪੰਜਾਬ ਸਰਕਾਰ ਮੁਰਦਾਬਾਦ, ਕੇਂਦਰ ਸਰਕਾਰ ਮੁਰਦਾਬਾਦ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਬੀਜੇਪੀ ਸਰਕਾਰ ਮੁਰਦਾਬਾਦ, ਮਜ਼ਦੂਰ ਏਕਤਾ ਜਿੰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਕੈਪਟਨ ਸਰਕਾਰ ਦੀ
ਤੁਸੀਂ ਮੈਨੂੰ ਕੰਪਲੇਂਟ ਕਰਦੇ ਥਾਣੇ ਤੁਸੀਂ ਇਸ ਤਰ੍ਹਾਂ ਕਰੋ। ਇੱਕ ਮਿੰਟ ਜੀ, ਪੁੱਛਣਾ ਅਸੀਂ ਪੁੱਛ ਲੈਂਦੇ ਹਾਂ ਕਿਉਂਕਿ ਤੁਸੀਂ ਮੁਲਾਜ਼ਮ ਹੈ, ਤੁਸੀਂ ਪੁੱਛ ਨਹੀਂ ਸਕਦੇ, ਤੁਸੀਂ ਸਾਡੀ ਮਦਦ ਲੈ ਸਕਦੇ ਹੋ। ਨਹੀਂ ਸਰਨ ਦੀ ਨਹੀਂ ਗੱਲ, ਜਾਨੂੰ ਸੀਜ਼ਨ ਲੰਘ ਜਾਣਾ ਫਿਰ ਸਾਡਾ ਲੋੜ ਤਾਂ ਹੋਣੀ 10-15 ਦਿਨ ਆ ਜੀ, ਬਾਕੀ ਤਾਂ ਫਿਰ ਚਲੋ ਅੱਗਾ ਪਿਛਾ ਹੋ ਜਾਂਦਾ। ਉਹਦੇ ਨਾਲ 8 ਘੰਟੇ ਮਿਲੂਗਾ, ਜੇ 1-2 ਦਿਨ ਨਹੀਂ ਮਿਲਦੀ ਤਾਂ ਫਿਰ 1-2 ਦਿਨ ਜਿਹੜੀ ਪੰਜਾਬ ਸਰਕਾਰ ਵੱਲੋਂ ਬਿਜਲੀ ਦੀ ਨਿਰਵਿਘਨ ਸਪਲਾਈ ਦਾ ਵਾਅਦਾ ਕੀਤਾ ਗਿਆ ਸੀ, ਉਹ ਫੋਕੇ ਦਾਅਵਿਆਂ ਤੇ ਵਾਅਦਿਆਂ ਨੂੰ ਅੱਜ ਨੰਗਾ ਕਰਦਾ ਇਹ ਕਿਸਾਨ ਇਕੱਠ ਦੱਸਦਾ ਹੈ ਕਿ ਇਹਨਾਂ ਨੇ ਕੋਈ ਦਾਅਵਾ ਜਿਹੜਾ ਵਾਅਦਾ ਜਿਹੜਾ ਉਹ ਪੂਰਾ ਨਹੀਂ ਕੀਤਾ ਔਰ ਮਜਬੂਰਨ ਕਿਸਾਨਾਂ ਨੂੰ ਅੱਜ ਟਾਂਡੇ ਦੇ ਵਿੱਚ ਜਿਹੜਾ ਆ ਇਹ ਬਿਜਲੀ ਦਫ਼ਤਰ ਘੇਰਨਾ ਪਿਆ। ਔਰ ਇਸ ਸਿਸਟਮ ਦੀ ਲਾ ਲਓ ਕਿ ਖਾਤਮੇ ਦੀ ਜਿਹੜੀ ਸਾਹਮਣੇ ਦਿਸਦੀ ਮੂੰਹ ਬੋਲਦੀ ਤਸਵੀਰ ਇਹ ਹੈ ਕਿ ਮੁਲਾਜ਼ਮਾਂ ਨੂੰ ਤਾਂ ਅਸੀਂ ਮੰਗ ਪੱਤਰ ਦੇਣ ਆਏ ਹਾਂ ਕਿ ਸਾਡੀ ਬਿਜਲੀ ਸਪਲਾਈ ਪੂਰੀ ਕੀਤੀ ਜਾਵੇ, ਪਰ ਅੱਗਿਓਂ ਉਹਨਾਂ ਦੇ ਕੋਲ ਇਹ ਹੈ ਕਿ ਸਾਡੇ ਕੋਲ ਮੁਲਾਜ਼ਮ ਨਹੀਂ, ਸਾਨੂੰ ਪਿੱਛੋਂ ਆਰਡਰ ਆ ਜਾਂਦਾ। ਦੇਖੋ ਆਰਡਰ ਜਿੱਥੋਂ ਆਉਂਦਾ ਹੈ ਕਿਸਾਨਾਂ ਨੂੰ ਦੱਸਣਾ ਚਾਹੀਦਾ ਹੈ, ਪਰ ਹਾਲਾਤ ਇੰਨੇ ਮਾੜੇ ਹੈ ਕਿ 90 ਰੁਪਏ ਡੀਜ਼ਲ ਫੂਕ ਕੇ ਆਪਣੇ ਜਿਹੜੀਆਂ ਫਸਲਾਂ ਪਾਲਣ ਲਈ ਕਿਸਾਨ ਮਜਬੂਰ ਹੈ। ਪਰ ਪ੍ਰਸ਼ਾਸਨ ਜਿਹੜਾ ਲੱਖਾਂ ਰੁਪਏ ਦੀ ਤਨਖਾਹ ਲੈ ਕੇ ਮਹਿੰਗੇ ਜਿਹੜੇ ਬਿੱਲ ਭੇਜ ਕੇ ਕਿਸਾਨਾਂ ਨੂੰ ਘਰਾਂ ਦਾ ਜਿਹੜਾ ਯੂਨਿਟ ਦਾ ਰੇਟ ਕੀ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਹੈ, ਤੇ ਸਰਕਾਰ ਵੀ ਅੱਖਾਂ ਤੇ ਪੱਟੀ ਬੰਨੀ ਬੈਠੀ ਹੈ ਕਿ ਲੋਕਾਂ ਨੂੰ ਲੁੱਟਣ ਦਾ ਢੰਗ ਇਹਨਾਂ ਨੇ ਇਸ ਤਰ੍ਹਾਂ ਦਾ ਰੱਖਿਆ ਹੋਇਆ ਤੇ ਲੋਕ ਸੜਕਾਂ ਤੇ ਬੈਠ ਕੇ ਆਪਣੇ ਹੱਕ ਮੰਗਣ ਲਈ ਮਜਬੂਰ ਹੈ। ਅੱਜ ਬਿਜਲੀ ਸਪਲਾਈ ਦੀ ਜਿਹੜੀ ਘਟੀਆ ਜਿਹੜਾ ਸਪਲਾਈ ਸੀ ਉਹਦੇ ਵਾਸਤੇ ਅੱਜ ਸੜਕਾਂ ਤੇ ਬੈਠਣਾ ਪਿਆ। ਟਾਂਡੇ ਦੇ ਵਿੱਚ ਕਿਸਾਨ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੇ ਆ। ਦੇਖੋ ਜੀ, ਸਾਨੂੰ ਇੱਥੇ ਟਾਂਡਾ ਬਿਜਲੀ ਘਰ ਨਾਲ ਰਿਲੇਟਡ ਦੇਰੀ ਵਾਲਾ ਫੀਡਰ ਪੈਂਦਾ ਜੀ, 5-6-7 ਮੋਟਰਾਂ ਮੇਰੀਆਂ ਪੈਂਦੀਆਂ ਉੱਥੇ। ਤਕਰੀਬਨ ਪ੍ਰੋਬਲਮ ਆ ਜਾਂਦੀ, ਜੇ ਪ੍ਰੋਬਲਮ ਆਉਂਦੀ ਤਾਂ ਸੋਲਵ ਵੀ ਬਿਜਲੀ ਮਹਿਕਮੇ ਨੇ ਕਰਨੀ ਆ। ਆਪਾਂ ਗ੍ਰਿਡ ਤੇ ਫੋਨ ਕਰਦੇ ਆ ਜੀ, ਵੀ ਉਹ ਕੱਟ ਉਹ ਚੱਕਦੇ ਹੀ ਨਹੀਂ। ਔਰ ਉਹਨਾਂ ਦੇ ਨਾਲ ਦੇ ਸਾਥੀ ਕਈ ਵਾਰੀ ਕੋਈ ਚੱਕ ਲੈਂਦੇ ਆ ਤਾਂ ਉਹ ਦੱਸਦੇ ਆ ਜੀ ਫਲਾਨਾ, ਹੁਣ ਨਾਂ ਲੈ ਕੇ ਕੀ ਦੱਸੀਏ ਜੀ, ਫਲਾਨਾ ਬੰਦਾ ਇੱਕ ਹੁਣ ਇਧਰੋਂ ਦੂਰ ਤੋਂ ਤਬਦੀਲ ਹੋ ਕੇ ਆਇਆ, ਕੋਈ ਪ੍ਰਦੀਪ ਸ਼ਾਇਦ ਨਾਂ ਆ, ਉਹਦਾ ਨਾਂ ਵੀ ਲੈ ਰਿਹਾ, ਮੁਲਾਜ਼ਮ ਵੀ ਲੈ ਰਿਹਾ, ਪਰ ਉਹ ਨਹੀਂ ਚੱਕ ਰਿਹਾ, ਬਿਲਕੁਲ ਨਹੀਂ ਚੱਕਦਾ। ਔਰ ਜਿਹੜੇ ਉਹ ਆਪਣੇ ਕਹਿੰਦੇ ਆ ਨਹੀਂ ਜੀ ਮੈਂ ਚੱਕ ਲਿਆ, ਜੇ ਆ ਬੂਆ 2-3 ਘੰਟੇ ਵੀ ਟਰਾਈ ਮਾਰਦੇ ਰਹਿੰਦੇ, ਉਹ ਫੋਨ ਨਹੀਂ ਚੱਕਦੇ ਜੀ। ਔਰ ਉਸ ਤੋਂ ਬਾਅਦ ਪਿਛਲੇ ਸਾਲ ਵੀ ਮੈਨੂੰ ਪ੍ਰੋਬਲਮ ਆਈ ਤੇ ਆਪਾਂ ਗ੍ਰਿਡ ਤੇ ਫੋਨ ਕੀਤਾ ਜੀ, ਉਹ ਕਹਿੰਦੇ ਜੀ ਲਾਈਨ 'ਚ ਫਾਲਟ ਆ, ਤੁਸੀਂ ਜੇਈ ਸਾਹਿਬ ਨਾਲ ਗੱਲ ਕਰੋ। ਉਹਨੇ ਮੈਨੂੰ ਜੇਈ ਸਾਹਿਬ ਦਾ ਨੰਬਰ ਦਿੱਤਾ, ਜੇਈ ਨੂੰ ਫੋਨ ਕੀਤਾ, ਜੇਈ ਦਾ ਮੂਹਰੇ ਤੋੜ ਕੇ ਜਵਾਬ ਦਿੱਤਾ ਮੈਨੂੰ, ਤੁਸੀਂ ਫੋਨ ਕੀਤਾ ਕਿਉਂ, ਤੁਸੀਂ ਕੌਣ ਕਰਨ ਵਾਲੇ, ਮੈਨੂੰ ਫੋਨ ਥੱਲੇ ਵਾਲੇ ਮੁਲਾਜ਼ਮਾਂ ਨੂੰ ਫੋਨ ਕਰੋ। ਮੈਂ ਇਹ ਜਾਣਨਾ ਚਾਹੁੰਦਾ ਮਹਿਕਮੇ ਤੋਂ ਵੀ ਜੇਈ ਜਿਹੜਾ ਕੋਈ ਗਜ਼ਟਡ ਅਫਸਰ ਆ ਜਾਂ ਕੋਈ ਆਫਿਸ ਬਹਿਣ ਵਾਲਾ ਅਫਸਰ ਆ, ਫੀਲਡ ਅਫਸਰ ਆ, ਉਹਦੇ ਕੋਲ ਉਹਦਾ ਕੰਮ ਆ ਸਾਰੇ ਆਪਣੇ ਫੀਡਰਾਂ ਨੂੰ ਦੇਖਣਾ, ਉਹਦੀ ਮੇਨਟੇਨੈਂਸ ਕਰਨੀ, ਔਰ ਭਾਵੇਂ ਖੜੇ ਹੋ ਕੇ ਕਰਵਾਉਣੀ, ਲੇਕਿਨ ਉਹਦਾ ਫੀਲਡ 'ਚ ਜਾ ਕੇ ਕੰਮ ਆ। ਉਹਨੂੰ ਕੀ ਅਧਿਕਾਰ ਹੈ ਇਹ ਗੱਲ ਕਹਿਣ ਦਾ ਵੀ ਮੈਨੂੰ ਫੋਨ ਕਿਉਂ ਕੀਤਾ ਕਿਸਾਨ ਨੇ? ਕਿਸਾਨ ਨੂੰ ਗ੍ਰਿਡ ਵਾਲੇ ਨੰਬਰ ਉਹਦਾ ਦੇ ਰਿਹਾ, ਕਿਉਂ ਦੇ ਰਿਹਾ ਗ੍ਰਿਡ ਵਾਲਾ ਨੰਬਰ ਜੇਈ ਦਾ? ਅਗਰ ਉਹਦੀ ਕੋਈ ਜ਼ਿੰਮੇਵਾਰੀ ਬਣਦੀ ਤਾਂ ਹੀ ਗ੍ਰਿਡ ਵਾਲੇ ਉਹਦਾ ਨੰਬਰ ਦਿੰਦੇ ਆ ਕਿਸਾਨ ਨੂੰ। ਇਹ ਚੀਜ਼ਾਂ ਦਾ ਵੀ ਨਿਪਟਾਰਾ ਹੋਣਾ ਚਾਹੀਦਾ ਗਵਰਨਮੈਂਟ ਦੇ ਨਾਲ। ਜਿਹੜਾ ਸਾਨੂੰ ਥੋੜਾ ਬਹੁਤ ਬਿਜਲੀ ਆਉਂਦੀ ਆ ਉਹ ਵੀ ਸਾਡੀ ਫਾਲਟ ਦੇ ਅਧੀਨ ਖਰਾਬ ਹੋ ਜਾਂਦੀ ਆ, ਆਪਣੇ ਮੇਨਟੇਨੈਂਸ ਨਹੀਂ ਕਰਦੇ। ਦੂਸਰੀ ਗੱਲ ਇਹ ਵੀ ਨਾਲ ਜੋੜਨੀ ਚਾਹੁੰਦਾ ਆ, ਸਰਦੀਆਂ ਦੇ ਵਿੱਚ ਮੁਲਾਜ਼ਮ ਕਾਫੀ ਖਾਲੀ ਹੁੰਦੇ ਆ, ਉਦੋਂ ਬਿਲਕੁਲ ਕੋਈ ਲੋਡ ਨਹੀਂ ਹੁੰਦਾ, ਕੋਈ ਫਾਲਟ ਨਹੀਂ ਆਉਂਦੇ, ਬਿਲਕੁਲ ਮੁਲਾਜ਼ਮ ਖਾਲੀ ਹੁੰਦੇ ਆ। ਇਹ ਉਸ ਟਾਈਮ ਤੇ ਕਿਉਂ ਨਹੀਂ ਇਹ ਆਪਣੀਆਂ ਲਾਈਨਾਂ ਨੂੰ ਕਲੀਅਰ ਕਰਦੇ? ਇੱਕ ਜੇਈ ਦੇ ਕੋਲ 2 ਜਾਂ 3 ਜੇ ਹੈਗੇ ਆ ਆਪਣੇ ਫੀਡਰ, ਤੋਂ ਉਹਨਾਂ ਨੂੰ ਹਰ ਇੱਕ ਫੀਡਰ ਨੂੰ 20 ਦਿਨ 15 20-25 ਦਿਨ ਦੇ ਕੇ 2-3 ਮਹੀਨੇ ਦੇ ਵਿੱਚ ਸਾਰੇ ਏਰੀਏ ਦੀ ਕਿਉਂ ਨਹੀਂ ਉਹ ਮੇਨਟੇਨੈਂਸ ਕਰਾਉਂਦੇ? ਤਾਰਾਂ ਕੱਸਣੀਆਂ ਜਾਂ ਉਹ ਜੋੜ ਕੱਸਣੇ ਜਾਂ ਕੋਈ ਤਾਰ ਕੋ ਖਰਾਬ ਆ ਉਹ ਰਿਪਲੇਸ ਕਰਨਾ, ਇਹ ਕੰਮ ਕਿਉਂ ਨਹੀਂ ਕਰਦੇ? ਬਿਲਕੁਲ ਪੰਜਾਬ ਸਰਕਾਰ ਜਿਹੜੀ ਆ ਬਹੁਤ ਦਿਖਾਵੇ ਨਾਲ ਕਹਿੰਦੀ ਆ ਜੀ ਅਸੀਂ 8 ਘੰਟੇ ਇੰਤਜ਼ਾਮ ਕਰ ਲਿਆ, 8 ਘੰਟੇ ਤੁਹਾਨੂੰ ਜ਼ਰੂਰ ਮਿਲੇਗੀ, ਜਦ ਕਿ ਨਹੀਂ 25 ਮਈ ਦਾ ਅਨਾਉਂਸ ਕਰਤਾ ਸੀ 25 ਮਈ ਨੂੰ 8 ਘੰਟੇ ਮਿਲੂਗੀ। ਜਿੱਦਾਂ ਉਸ 25 ਮਈ ਦੇ ਸਮਾਂ ਜਿਹੜੀ 5 ਘੰਟੇ ਆਉਂਦੀ ਸੀ ਉਹ ਵੀ 4 ਘੰਟੇ 3 ਘੰਟੇ ਹੋ ਗਈ। ਔਰ ਹੁਣ ਜਿਹੜਾ 8 ਘੰਟੇ ਵਾਲੀ ਆ, 8 ਘੰਟੇ ਦਾ ਬਿਲਕੁਲ ਬਹੁਤ ਬੁਰਾ ਹਾਲ ਆ। ਇੱਕ ਤਾਂ ਜਿਹੜੀ ਉਹਦੀ ਸਪਲਾਈ ਜਿਹੜੀ ਆ ਉਹਦੀ ਵੋਲਟੇਜ ਬਹੁਤ ਘੱਟ ਆਉਂਦੀ ਆ, ਉਹ ਸਾਨੂੰ ਬਹੁਤ ਲਾਸ ਆ। ਪਾਣੀ ਮੋਟਰਾਂ ਦੇ ਪਾਣੀ ਅੱਧਾ ਕੱਢਣ ਡੀਆਂ ਆ, ਉਸ ਤੋਂ ਬਾਅਦ ਜਿਹੜਾ ਉਹ ਵੀ ਮੇਨਟੇਨੈਂਸ ਨਾ ਹੋਣ ਕਰਕੇ ਜਿਹੜੀ ਵੋਲਟੇਜ ਬਹੁਤ ਘੱਟ ਆਉਂਦੀ, ਉਸ ਤੋਂ ਬਾਅਦ ਜਿਹੜੇ ਬਿਜਲੀ ਦਾ ਟਾਈਮ ਆ ਉਹ ਬਹੁਤ ਘੱਟ ਆਉਂਦਾ ਆ। ਪੰਜਾਬ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਫੋਕੇ ਦਗਮਗੇ ਨਾ ਮਾਰੋ ਔਰ ਜ਼ਿਮੀਂਦਾਰਾਂ ਦਾ ਹੱਥ ਫੜੋ। ਜ਼ਿਮੀਂਦਾਰ ਤਾਂ ਪਹਿਲੇ ਬਹੁਤ ਤੰਗ ਆ, ਦਿੱਲੀ ਜਾ ਕੇ ਬੈਠੇ ਇਹਨਾਂ ਵਿਦਰੋਹ ਵਿੱਚ ਸਾਰਾ ਇਹਨਾਂ ਆਪਣਾ એનર્ਜੀ ਉਹਨਾਂ ਦੀ ਲੱਗ ਰਹੀ ਆ। ਇਧਰਲੇ ਪਾਸੇ એનર્ਜੀ ਲਾਉਣ ਨੂੰ ਥਾਂ ਨਾ ਬਣਾਓ ਔਰ ਜ਼ਿਮੀਂਦਾਰਾਂ ਨੂੰ ਪੂਰਾ ਹੱਕ ਦਿਓ, ਉਹਨਾਂ ਦਾ ਹੱਲ ਕਰੋ। ਇਹ ਸਭ ਤੋਂ ਵੱਡੀ ਮੰਗ ਹੈ ਜੀ। ਧੰਨਵਾਦ।
ਕਿਸਾਨ ਰਹਿ ਹੀ ਧਰਨੇ ਲਾਉਣ ਜੋਗੇ ਗਏ ਆ, ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ। ਪਹਿਲਾਂ ਤਾਂ ਸੈਂਟਰ ਦੀ ਸਰਕਾਰ ਨੇ ਪਿਛਲੇ 7 ਮਹੀਨਿਆਂ ਤੋਂ ਸਾਨੂੰ ਦਿੱਲੀ ਦੀਆਂ ਬਰੂਹਾਂ ਤੇ ਬਿਠਾਇਆ ਹੋਇਆ ਤੇ ਅੱਜ ਕੈਪਟਨ ਸਾਹਿਬ ਵੀ ਆਪਣਾ ਰੰਗ ਦਿਖਾਉਣ ਲੱਗ ਪਏ ਆ। ਸਾਡੇ ਪਿੱਛੇ ਝੋਨੇ 10 ਜੂਨ ਤੋਂ ਅਸੀਂ ਝੋਨਿਆਂ ਦੀ ਲਵਾਈ ਸ਼ੁਰੂ ਕੀਤੀ ਆ, ਉਦੋਂ ਤੋਂ ਲੈ ਕੇ ਅੱਜ ਤੱਕ ਸਾਨੂੰ 8 ਘੰਟੇ ਪੂਰੀ ਬਿਜਲੀ ਦੀ ਸਪਲਾਈ ਮਿਲੀ ਨਹੀਂ। ਜੇਕਰ ਸਾਡਾ ਕੋਈ ਕਿਸਾਨ ਬਿਜਲੀ ਘਰ ਨੂੰ ਮੁਲਾਜ਼ਮਾਂ ਨੂੰ ਫੋਨ ਕਰਦਾ, ਉਖੜੀ ਖੁਆਲੀ ਵਾਂਗੂ ਮੋਰੇ ਇਹਨਾਂ ਨੂੰ ਜਵਾਬ ਮਿਲਦਾ ਆ ਕਿ ਜਿਹੜਾ ਇਹਦੇ ਲਾਈਨਾਂ 'ਚ ਫਾਲਟ ਆ, ਸਾਡੇ ਕੋਲ ਮੁਲਾਜ਼ਮ ਹੈ ਨਹੀਂਗੇ, ਸਾਡੇ ਕੋਲ ਆਪਣਾ ਅਮਲਾ ਨਹੀਂ ਪੂਰਾ ਹੈਗਾ, ਇਹ ਪਟਿਆਲਿਓਂ ਕੱਟ ਲੱਗ ਗਿਆ। ਇਹ ਜਿਹੜੇ ਪਟਿਆਲਿਓਂ ਕੱਟ ਲੱਗਦੇ ਆ, ਜਾਂ ਇਹਨਾਂ ਕੋਲ ਅਮਲਾ ਨਹੀਂ ਪੂਰਾ, ਜਾਂ ਇਹਨਾਂ ਦੇ ਮੁਲਾਜ਼ਮ ਨਹੀਂ ਪੂਰੇ, ਅਸੀਂ ਅੱਜ ਸਾਰੇ ਉਹ ਪੂਰੇ ਕਰਨ ਆਏ ਆ ਕਿ ਸਾਰਾ ਕੁਝ ਅੱਜ ਸਾਡੇ ਤੋਂ ਪੂਰਾ ਕਰਵਾ ਲਓ। ਕਿਉਂਕਿ ਜਿਹੜੀ ਸਾਡੀ ਦੁਸ਼ਮਣ ਇਹ ਜਿਹੜੀ ਆ ਬੀਜੇਪੀ ਸਰਕਾਰ ਆ, ਉਹਦੇ ਖਿਲਾਫ ਤੇ ਅਸੀਂ ਬੈਠੇ ਹੋਏ ਆ ਤੇ ਕੈਪਟਨ ਸਾਹਿਬ ਆ ਮੈਨੂੰ ਲੱਗਦਾ ਹੁਣ ਨਵੀਆਂ ਦੁਸ਼ਮਣੀਆਂ ਲੈਣ ਲੱਗ ਪਏ ਪੰਜਾਬ ਦੇ ਕਿਸਾਨਾਂ ਦੇ ਨਾਲ। ਇੱਕ ਪਾਸੇ ਪੰਜਾਬ ਦੇ ਕਿਸਾਨਾਂ ਦਾ ਮਸੀਹਾ ਕਹਿੰਦੇ ਸੀ, ਇੱਕ ਟਾਂਡੇ ਵਿੱਚ ਨਹੀਂ, ਤੁਸੀਂ ਆ ਸਾਰੇ ਪੰਜਾਬ ਦੇ ਵਿੱਚ ਦੇਖੋ ਕਿੱਦਾਂ ਰੋਸ ਮੁਜ਼ਾਹਰੇ ਹੋ ਗਏ ਬਿਜਲੀ ਦੇ ਕੱਟਾਂ ਨੂੰ ਲੈ ਕੇ। ਬਿਜਲੀ ਜਦੋਂ ਦਾ 10 ਜੂਨ ਦਾ ਝੋਨਾ ਲੱਗਾ ਆ, ਕਿਤੇ ਵੀ ਸਾਨੂੰ ਇੱਕ ਦਿਨ ਵੀ 8 ਘੰਟੇ ਇਹ ਆਪਣੀਆਂ ਬੁੱਕਾਂ ਖੋਲ ਕੇ ਦਿਖਾ ਦੇਣ ਕਿਦਾਂ 8 ਘੰਟੇ ਸਾਨੂੰ ਸਪਲਾਈ ਦਿੱਤੀ ਆ। 2 ਘੰਟੇ 3 ਘੰਟੇ 4 ਘੰਟੇ ਜਿਹੜੀ ਸਪਲਾਈ ਦਿੰਦੇ ਆ। ਅਸੀਂ ਬਿਲਕੁਲ ਖਫਾ ਆ ਇਹਨਾਂ ਤੋਂ, ਅਸੀਂ ਬਿਲਕੁਲ ਦਿੱਲੀੋਂ ਚੱਲ ਕੇ ਆਏ ਆ। ਅੱਜ ਇਹਨਾਂ ਤੋਂ ਪੁੱਛ ਕੇ ਜਾਣਾ, ਇਹਨਾਂ ਨੂੰ ਦੱਸ ਕੇ ਜਾਣਾ, ਸਾਡਾ ਮੌਕੇ ਤੇ ਮਸਲਾ ਹੱਲ ਕਰਦੇ ਠੀਕ, ਨਹੀਂ ਤਾਂ ਸਾਡਾ ਨੈਸ਼ਨਲ ਹਾਈਵੇ ਜੀਟੀ ਰੋਡ ਆ, ਅਣਮਿੱਥੇ ਸਮੇਂ ਲਈ ਅਸੀਂ ਇੱਥੇ ਬੈਠ ਕੇ ਜਾਮ ਲਾਵਾਂਗੇ। ਸਾਡਾ ਮਸਲਾ ਫਿਰ ਵੀ ਹੱਲ ਨਾ ਹੋਇਆ, ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕਰਕੇ ਪੂਰੇ ਪੰਜਾਬ ਦੀਆਂ ਸੜਕਾਂ ਬੰਦ ਕਰਵਾਵਾਂਗੇ। 8 ਘੰਟੇ ਬਿਜਲੀ ਜਿਹੜੀਆਂ ਨਿਰੰਤਰ ਇਹਨਾਂ ਤੋਂ ਲਵਾਂਗੇ ਤੇ ਹਿੱਕ ਵਜਾ ਕੇ ਲਵਾਂਗੇ, ਨਹੀਂ ਤਾਂ 2022 ਦੀਆਂ ਚੋਣਾਂ ਦੇ ਵਿੱਚ ਇਹਨਾਂ ਦਾ ਉਹ ਹਾਲ ਕਰਾਂਗੇ ਜਿਹੜਾ ਇਹਨਾਂ ਨੇ ਕਦੀ ਸੋਚਿਆ ਨਾ ਹੋ ਗਿਆ। ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਾਡੀ ਇਹ ਧਮਕੀ ਸਮਝ ਲਓ, ਸਾਡੀ ਇਹ ਰਾਏ ਸਮਝ ਲਓ, ਜਾਂ ਸਾਡਾ ਇਹ ਸੁਝਾਅ ਲੱਗ ਦੋ ਸਮਝ ਲਓ। ਕਿਸਾਨ ਸਿਰਫ ਧਰਨੇ ਲਾਉਣ ਵਾਸਤੇ ਇਹਨਾਂ ਨੇ ਰੱਖੇ ਆ। ਜਦੋਂ ਵੋਟਾਂ ਲੈਣ ਆਉਂਦੇ ਆ ਉਦੋਂ ਤਾਂ ਇਹਨਾਂ ਨੂੰ ਬੈਠ ਕੇ ਕੁਰਸੀਆਂ ਤੇ ਚਾਹ ਪਿਲਾ ਕੇ ਬਰਫੀਆਂ ਇਹਨਾਂ ਦੇ ਮੂਹਰੇ ਰੱਖਦੇ ਆ। ਅੱਜ ਇਹਨਾਂ ਦਾ ਫਰਜ਼ ਕਿੱਥੇ ਗਏ? ਵਿਧਾਨ ਸਭਾ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ ਇਹਨਾਂ ਨੂੰ ਜਿਤਾ ਕੇ ਭੇਜਿਆ। ਇਹਨਾਂ ਦੇ ਫਰਜ਼ ਸੀਗੇ ਕਿ ਸਾਡੇ ਮੂਹਰੇ ਹੋ ਕੇ ਲੜਾਈ ਆਪ ਲੜਦੇ। ਇੱਕ ਉਹ ਆ ਰਾਜਨੀਤਿਕ ਧਿਰ ਜਿਨ੍ਹਾਂ ਨੇ ਠੱਪੇ ਲਾਏ ਸੀਗੇ ਕਿ ਇਹ ਕਾਨੂੰਨ ਸਹੀ ਆ, ਅੱਜ ਉਹੀ ਧਿਰ ਕਹਿ ਰਹੀ ਆ ਕਿ ਕਾਨੂੰਨ ਗਲਤ ਆ। ਇਹ ਸਾਰੀਆਂ ਧਿਰਾਂ ਜਿੰਨੀਆਂ ਵੀ ਰਾਜਨੀਤਿਕ ਆ, ਇਹ ਬਿਲਕੁਲ ਰਾਜਨੀਤੀ ਕਰ ਰਹੀਆਂ। ਕਿਸਾਨਾਂ ਤੇ ਰਾਜਨੀਤੀ ਕਰ ਰਹੀਆਂ, ਮਜ਼ਦੂਰਾਂ ਤੇ ਰਾਜਨੀਤੀ ਕਰ ਰਹੀਆਂ, ਪੂਰੇ ਦੇਸ਼ ਤੇ ਰਾਜਨੀਤੀ ਕਰ ਰਹੀਆਂ। ਇਹਨਾਂ ਦੀ ਰਾਜਨੀਤੀ ਅਸੀਂ ਹਟਾਉਣੀ ਆ। ਜਿਸ ਮਸਲੇ ਨੂੰ ਲੈ ਕੇ ਅਸੀਂ ਅੱਜ ਇੱਥੇ ਟਾਂਡੇ ਬਿਜਲੀ ਘਰ ਆਏ ਆ, ਸਾਡਾ ਸਰਾਂ ਫੀਡਰ ਤੇ ਸਾਡਾ ਟਾਂਡਾ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ, ਜਾਂ ਸਾਡੇ ਦਸੂਹੇ ਦੇ ਵਿੱਚ ਵੀ ਸਾਡੀ ਦੁਆਬਾ ਕਿਸਾਨ ਕਮੇਟੀ ਵੱਲੋਂ ਸਰਦਾਰ ਸਾਡੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ ਨੇ ਐਕਸ਼ਨ ਸਾਹਿਬ ਨੂੰ ਮੰਗ ਪੱਤਰ ਦਿੱਤਾ ਤੇ ਉਹ ਸਾਰੇ ਮਸਲੇ ਅੱਜ ਹੱਲ ਕਰਾ ਕੇ ਇਹਨਾਂ ਤੋਂ ਜਾਣਾ ਆ। ਮਸਲੇ ਹੱਲ ਕਰਦੇ ਠੀਕ ਆ, ਨਹੀਂ ਤਾਂ ਅਸੀਂ ਪੱਕੇ ਤੌਰ ਤੇ ਜੀਟੀ ਰੋਡ ਤੇ ਧਰਨਾ ਲਾਵਾਂਗੇ। ਧੰਨਵਾਦ। ਦੇਖੋ ਜਿਹੜੀਆਂ ਅਸੀਂ ਮੰਗਾਂ ਲੈ ਕੇ ਆਏ ਸੀ ਕਿ 8 ਘੰਟੇ ਜਿਹੜੀ ਨਿਰੰਤਰ ਸਾਨੂੰ ਬਿਜਲੀ ਦੀ ਸਪਲਾਈ ਦਿੱਤੀ ਜਾਵੇ, ਕਿਉਂਕਿ ਇੱਕ ਟਾਂਡੇ ਦਾ ਮਸਲਾ ਨਹੀਂ, ਇੱਕ ਸਰਾਂ ਆ, ਬੁੱਲੋ ਵਾਲਿਆ ਜਾਂ ਮਿਆਣੀ ਆ, ਨਾਲ ਲੱਗਦੇ ਜਿੰਨੇ ਵੀ ਫੀਡਰ ਦਸੂਹੇ ਦੇ ਵਿੱਚ ਵੀ ਸਾਡੇ ਕਿਸਾਨ ਜਥੇਬੰਦੀਆਂ ਉੱਥੇ ਵੀ ਹੈਗੀਆਂ। ਅਸੀਂ ਤਾਂ ਕਹਿੰਦੇ ਕਿ ਪੂਰੇ ਪੰਜਾਬ ਦੀਆਂ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਅਸੀਂ ਮੈਂਬਰ ਆ, ਅਸੀਂ ਤਾਂ ਆਲ ਪੰਜਾਬ ਦੀਆਂ ਸਮੱਸਿਆਵਾਂ ਨੂੰ ਲੈ ਕੇ ਆਏ ਆ। ਬੇਸ਼ੱਕ ਧਰਨਾ ਟਾਂਡੇ ਦੇ ਵਿੱਚ ਲਾਇਆ ਹੋਇਆ ਸੀ, ਪਰ ਸਮੱਸਿਆ ਪੂਰੇ ਪੰਜਾਬ ਦੀ ਆ ਕਿ ਇਹ ਜਿਹੜੀ 8 ਘੰਟੇ ਬਿਜਲੀ ਦੀ ਸਪਲਾਈ ਇਹਨੂੰ ਪੂਰੀ ਕੀਤੀ ਜਾਵੇ। ਐਸਡੀਓ ਸਾਹਿਬ ਤੇ ਐਕਸ਼ਨ ਸਾਹਿਬ ਭੋਗਪੁਰ ਤੋਂ ਸਾਡੇ ਕੋਲ ਆਏ ਸੀ ਔਰ ਉਹਨਾਂ ਨੇ ਇਹ ਗੱਲ ਮੰਨੀ ਆ ਕਿ ਪਿਛਲਾ ਦੇ ਦਿਨਾਂ ਦੇ ਵਿੱਚ ਕੁਝ ਜਿਹੜੇ ਆ ਥਰਮਲ ਪਲਾਂਟ ਜਿਹੜੇ ਬੰਦ ਵੀ ਪਏ ਸੀ ਤੇ ਹੁਣ ਜਿਹੜੇ ਉਹ ਅਸੀਂ ਚਾਲੂ ਕਰ ਦਿੱਤੇ ਆ। 1-2 ਦਿਨਾਂ ਦੇ ਵਿੱਚ ਬਿਜਲੀ ਦੀ ਸਪਲਾਈ ਤੁਹਾਨੂੰ ਪੂਰੀ ਪੱਕੇ ਤੌਰ ਤੇ ਮਿਲੂਗੀ, ਇਹ ਅਸੀਂ ਵਿਸ਼ਵਾਸ ਦਿਵਾਉਂਦੇ। ਉਹਨਾਂ ਨੇ ਵਾਅਦਾ ਵੀ ਕੀਤਾ, ਉਹਨਾਂ ਨਾਲ ਇਹ ਵੀ ਗੱਲ ਕੀਤੀ ਗਈ ਆ ਕਿ ਵਾਅਦੇ ਤਾਂ ਸਰਕਾਰਾਂ ਨੇ ਵੀ ਕੀਤੇ ਸੀ, ਉਹ ਅੱਜ ਤੱਕ ਆਪਣੇ ਵਾਅਦਿਆਂ ਤੇ ਖਰੇ ਨਹੀਂ ਉਤਰੇ ਕਿ ਤੁਸੀਂ ਜਿਹੜਾ ਵਾਅਦਾ ਕਰਕੇ ਜਾਇਓ ਤੁਸੀਂ ਪੱਕਾ ਕਰਕੇ ਜਾਇਓ, ਤੇ ਉਹਨਾਂ ਨੇ ਪੱਕਾ ਕੀਤਾ ਆ। ਜੇਕਰ ਸਾਡੇ ਆਉਣ ਵਾਲੇ 2-3 ਦਿਨਾਂ ਦੇ ਵਿੱਚ ਇਹ ਮਸਲਾ ਨਾ ਹੱਲ ਹੋਇਆ ਤਾਂ ਫਿਰ ਪੱਕੇ ਵਾਅਦੇ ਅਸੀਂ ਕਰਕੇ ਜਾਵਾਂ, ਫਿਰ ਐਕਸ਼ਨ ਸਾਹਿਬ ਜਾਣਾਂਗੇ, ਜਾਂ ਪੰਜਾਬ ਸਰਕਾਰ ਜਾਣੂਗੀ, ਜਾਂ ਕਿਸਾਨ ਜਾਣਗੇ, ਤਾਂ ਜਾਂ ਕਿਸਾਨ ਜਥੇਬੰਦੀਆਂ ਜਾਣਗੀਆਂ। ਜਿਹੜੇ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋ ਕੇ ਤੁਹਾਡੇ ਇੱਥੇ ਬਿਜਲੀ ਘਰ ਟਾਂਡਾ ਵਿੱਚ ਆਏ ਹਨ, ਉਹਨਾਂ ਦੀ ਇਹ ਮੰਗ ਹੈ ਕਿ ਸਾਡੀ ਜਿਹੜੀ ਨਿਰੰਤਰ ਜਿਹੜੀ ਹੈਗੀ ਆ ਬਿਜਲੀ ਆ 8 ਘੰਟੇ ਦੀ ਉਹ ਪੂਰੀ ਕੀਤੀ ਜਾਏ। ਕੀ ਕਹਿਣਾ ਤੁਹਾਡਾ? ਪਿਛਲੇ ਸਮੇਂ 'ਚ ਕੱਟ ਜ਼ਰੂਰ ਲੱਗਿਆ, ਪਰ ਕੱਲ ਤੋਂ ਇਹ ਕੱਟ ਬਹੁਤ ਘਟ ਗਏ ਆ ਤੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ 8 ਘੰਟੇ ਬਿਜਲੀ ਸਪਲਾਈ ਅਸੀਂ ਦੇਵਾਂਗੇ। ਤੁਸੀਂ ਕਹਿੰਦੇ ਆ ਸਾਨੂੰ ਉੱਪਰੋਂ ਕੱਟ ਆਉਂਦੇ ਆ, ਇਹਦੇ ਵਿੱਚ ਕੀ ਅੰਤਰ ਹੈ? ਪਹਿਲੀ ਗੱਲ ਤੇ ਆ ਵੀ ਜਿਹੜੀ ਇਹਦਾ ਜਵਾਬ ਹੈ ਨਾ ਜੀ, ਇਹ ਸਾਡੇ ਬਿਜਲੀ ਘਰ ਪਾਵਰ ਕੰਟਰੋਲੀਆਂ ਦੇ ਹਦਾਇਤਾਂ ਨੂੰ ਪਾਲਣਾ ਕਰਦੇ ਆ। ਉਹ ਸਾਡਾ ਪਾਵਰ ਕੰਟਰੋਲਰ ਪਟਿਆਲੇ ਬੈਠਾ, ਜੋ ਇਹਨਾਂ ਨੂੰ ਮੈਸੇਜ ਦਿੰਦਾ ਉਹਨੂੰ ਮੰਨ ਕੇ ਚੱਲਦੇ ਆ। ਠੀਕ ਹੈ, ਸਾਨੂੰ ਦੱਸ ਦਿੰਦੇ ਆ ਜੀ ਕੱਟ ਲੱਗ ਗਿਆ, ਅਸੀਂ ਇਹਨਾਂ ਨੂੰ ਵੀ ਦੱਸਣ ਦੀ ਕੋਸ਼ਿਸ਼ ਕਰਦੇ ਆ ਕੱਟ ਲੱਗ ਗਿਆ, ਜਿਹੜਾ ਵੀ ਪੁੱਛਦਾ ਸਾਡੇ ਕੋਲੋਂ। ਜਦੋਂ ਕੱਟ ਲੱਗਦਾ ਆ ਉਹਦੇ ਵਿੱਚ ਫਿਰ ਅਸੀਂ ਬੇਵੱਸ ਹੋ ਜਾਂਦੇ ਆ, ਕਿਉਂਕਿ ਪਾਵਰ ਕੰਟਰੋਲ ਅਗਰ ਨਹੀਂ ਕਰਦੇ ਤਾਂ ਸਿਸਟਮ ਕੋਲੈਪਸ ਹੋ ਸਕਦਾ ਆ। ਜੇ ਸਿਸਟਮ ਨੂੰ ਬਚਾਉਣਾ ਆ, ਹੁਣ ਸਾਡੀ ਮੰਗ ਹੈਗੀ ਆ 1200 ਮੈਗਾਵਾਟ ਦੀ, ਜਿਹੜੀ ਰਿਕੁਆਇਰਮੈਂਟ ਹੋ ਗਈ 1400 ਮੈਗਾਵਾਟ ਦੀ, ਤੇ ਉਹਨਾਂ ਨੂੰ ਕੱਟ ਲਾਉਣਾ ਹੀ ਪਵੇਗਾ। ਤੇ ਜੇ ਕੱਟ ਨਾ ਲਾਉਣਗੇ ਤਾਂ ਸਾਡਾ ਸਿਸਟਮ ਕੋਲੈਪਸ ਕਰ ਜਾਏਗਾ। ਤੇ ਉਹਨੂੰ ਬਚਾਉਣ ਦੇ ਲਈ ਪਾਵਰ ਕੱਟ ਲਾਉਂਦੇ ਆ। ਉਹ ਪਾਵਰ ਕੱਟ ਜਦੋਂ ਲਵਾਉਂਦੇ ਆ ਸਾਨੂੰ ਮੈਸੇਜ ਤਾਂ ਜ਼ਰੂਰ ਆ ਜਾਂਦਾ, ਪਰ ਅਸੀਂ ਉਹਦੇ ਵਿੱਚ ਉਹਨਾਂ ਨੂੰ
ਦਬਾਅ ਨਹੀਂ ਪਾ ਸਕਦੇ ਕਿ ਤੁਸੀਂ ਸਾਨੂੰ ਚਲਾਓ ਜਾਂ ਨਾ ਚਲਾਓ। ਉਹ ਜਿੰਨਾ ਉਹ ਬੈਲੈਂਸ ਕਰਾ ਕੇ ਸਾਡੇ ਕੋਲ ਇਹਨਾਂ ਨੂੰ ਹਦਾਇਤਾਂ ਦਿੰਦੇ ਆ, ਇਹ ਉਹਨਾਂ ਦੀ ਪਾਲਣਾ ਕਰਦੇ ਆ। ਪਰ ਤੁਹਾਡੇ ਮੁਲਾਜ਼ਮ ਕਿਸਾਨਾਂ ਦੇ ਫੋਨ ਨਹੀਂ ਚੱਕਦੇ, ਕਹਿੰਦੇ ਵੀ ਤੁਸੀਂ ਸਾਨੂੰ ਫੋਨ ਉਹ ਮੈਂ ਹਦਾਇਤਾਂ ਸਾਰਿਆਂ ਨੂੰ ਕਰ ਦਿੰਦਾ ਵੀ ਜ਼ਰੂਰ ਫੋਨ ਹਰੇਕ ਦਾ ਅਟੈਂਡ ਕਰਨ, ਕਿਉਂਕਿ ਮੈਂ ਆਪ ਕਰਦਾ ਆ ਤੇ ਮੁਲਾਜ਼ਮ ਵੀ ਕਰਨਗੇ। ਮੈਂ ਇਹਨਾਂ ਨੂੰ ਅੱਜ ਹੀ ਹਦਾਇਤਾਂ ਸਾਰਿਆਂ ਨੂੰ ਲਿਖਤੀ ਤੌਰ ਤੇ ਕਰ ਦਿੰਦਾ। ਪਰ ਪੰਜਾਬ ਸਰਕਾਰ ਨੇ ਦੇਸ਼ ਦਿੱਤੇ ਵੀ 24 ਘੰਟੇ ਦੇ ਵਿੱਚ 8 ਘੰਟੇ ਕਿਸਾਨ ਨੂੰ ਬਿਜਲੀ ਮਿਲੇਗੀ, ਪਰ ਉਹ ਕਿਸਾਨ ਕਹਿ ਰਹੇ ਤੁਹਾਨੂੰ ਕੱਟ ਲਾ ਕੇ ਵੀ ਭਾਵੇਂ 8 ਘੰਟੇ ਦੇਣ, ਪਰ ਦੇਰ ਤਾਂ ਸਹੀ, ਪਰ ਮਿਲ ਨਹੀਂ ਰਹੀ ਇਹਨਾਂ ਦੀ। ਦੇਖੋ ਕੱਲ ਤੋਂ ਸ਼ੁਰੂ ਹੋ ਗਿਆ ਤੇ ਅੱਜ ਵੀ 8 ਘੰਟੇ ਦੇਵਾਂਗੇ। ਜੇ ਕਿਸੇ ਨੂੰ ਘੱਟ ਮਿਲੀ ਆ ਤਾਂ ਅਸੀਂ ਉਹਦੀ ਕੰਪਨਸੇਟ ਕਰਾਂਗੇ। ਅੱਜ ਜਿਹੜਾ ਤਾਂ ਕਿਸਾਨਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਆ, ਉਹ ਕੀ ਸਾਰਥਕ ਸਿੱਟਾ ਕੀ ਨਿਕਲਿਆ? ਅਸੀਂ 8 ਘੰਟੇ ਬਿਜਲੀ ਦੇਵਾਂਗੇ ਜੀ। ये भैया आपा पाया बहुत ज्यादा जल्दी भाजी ठीक हो? ओ बाइटा कर ਬਾਲੂ ਨੂੰ ਲੱਦ ਲੋ ਇੱਕ ਮੁੰਡੇ ਨੂੰ ਬਾਲੂ ਵਿੱਚ ਬਹਿ ਯਾਰ ਗੱਡੀ ਦੇ ਉੱਤੇ ਵਿੱਚ ਲਾਉਣਾ ਪਿਆ ਹੋ ਰਿਹਾ ਮੇਰਾ ਵੀਰ ਤੇ ਪਿਆਰਾ ਸਿੰਘ ਦਾ ਲਓ ਮੋਟਰਸਾਈਕਲ
ਸ਼ਾਮ ਲਾਲ ਪੁੱਤਰ ਲਛਮਣ ਦਾਸ ਪਿੰਡ ਲੇਲ ਦਾ ਇੱਥੇ ਰਹਿੰਦਾ ਸੀ ਸਾਡੇ ਕੋਲ ਤੇ ਮਤਲਬ ਰਾਤ ਨੂੰ ਇੱਥੇ ਆ ਗਿਆ ਤੇ ਕਿਸੇ ਨਾਲ ਝਗੜਾ ਹੋ ਕੇ ਤੇ ਮੌਤ ਹੋ ਗਈ। ਕਿੰਨੇ ਜਾਣੇ ਨੇ? ਇਹ 2 ਜਣੇ ਆ, ਇੱਕ ਸਟੀਫਨ ਵਾ ਪੁੱਤਰ ਚਮਨ ਲਾਲ ਤੇ ਵਾਸੀ ਲੇਲ, ਦੂਸਰਾ ਚਮਨ ਲਾਲ, ਸਟੀਫਨ ਪੁੱਤਰ ਚਮਨ ਲਾਲ। ਇਹ ਦੋਨੋਂ ਕਿਹੜੇ ਪਿੰਡ ਦੇ ਨੇ? ਲੇਲ ਦੇ ਹੀ ਆ। ਇਹਨਾਂ ਦੇ ਵਾਲੀ ਵਾਰਸ ਘਰ ਚ ਕੌਣ? ਵਾਲੀ ਵਾਰਸ ਇਹਦੀ ਸਟੀਫਨ ਦੀ ਤੇ ਇੱਕ ਮਾਂ ਵਾ ਤੇ ਇਹਦਾ ਕੋਈ ਵੀ ਨਹੀਂ ਗਾ। ਸਵੇਰੇ ਕੋਈ 6:30 ਵਜੇ ਫੋਨ ਆਇਆ ਵਾ ਵੀ ਇੱਥੇ ਸ਼ੇਪੂਰੀ ਸ਼ਮਸ਼ਾਨ ਘਾਟ 2 ਮਈ ਦੀ ਕਤਲ ਹੋ ਗਏ। ਇੱਥੇ ਫਿਰ ਅਸੀਂ ਆਏ ਵੇਖਿਆ ਵਾ 2 ਜਣੇ ਉੱਥੇ ਪਏ ਦੇ ਝੋਨੇ ਦੇ ਵਿੱਚ, ਦੋਨੋਂ ਲਾਸ਼ਾਂ, ਤੇ ਇੱਥੋਂ ਘਰੀਸ ਕੇ ਲੱਗਦਾ ਮੈਂ ਕਿ ਉਹਨਾਂ ਨੂੰ ਲੈ ਗਏ ਜਿਸ ਨਿਸ਼ਾਨ ਪਏ ਦੇ ਨੇ ਤੇ ਸਿਰ 'ਚ ਜਦੋਂ ਗਮਲੇ ਮਾਰੇ ਨਾ ਇਸ ਤਰ੍ਹਾਂ। ਤੇ ਲੇਲ ਤੋਂ ਇੱਕ ਕ੍ਰਿਸਚਨ ਮੁੰਡਾ ਵਾ ਤੇ ਇੱਕ ਇੱਥੇ ਜ਼ਿਮੀਂਦਾਰਾਂ ਕੋਲ ਕਿਸੇ ਕੋਲ ਕੰਮ ਕਰਦਾ। ਕੀ ਨਾਂ ਜੀ ਮੁੰਡਿਆਂ ਦਾ? ਉਹਦਾ ਇੱਕ ਦਾ ਤੇ ਸਟੀਫਨ, ਇੱਕ ਕ੍ਰਿਸਚਨ ਮੁੰਡਾ ਸ਼ਾਮ ਲਾਲ। ਕੀ ਕੰਮ ਕਰਦੇ ਸੀਗੇ ਜੀ? ਕੰਮ ਤੇ ਇੱਕ ਦੇ ਮੁੰਡਾ ਜਿਹੜਾ ਵਾ ਸਟੀਫਨ ਤੇ ਮਜ਼ਦੂਰ ਕਰਦਾ ਵਾ, ਤੇ ਜਿਹੜਾ ਦੂਸਰਾ ਸੀ ਉਹ ਇੱਥੇ ਜ਼ਿਮੀਂਦਾਰਾਂ ਕੋਲ ਲੱਗਾ ਤਾ, ਉਹਨਾਂ ਕੋਲ ਕੰਮ ਕਰਦਾ ਸੀ। ਕਾਰਨ ਕੀ ਲੱਗਦਾ ਜਿਸ ਕਰਕੇ? ਕਾਰਨ ਨਸ਼ੇ ਵਾਲੇ ਲੱਗਦਾ ਮੈਂ ਕਿ ਨਸ਼ੇ ਕਰਦੇ ਹੀ ਆ। ਹਾਂ, ਨਸ਼ੇ ਕਰੀ ਸ਼ਰਾਬ ਪੀਂਦੇ? ਹਾਂ, ਸ਼ਰਾਬ ਸ਼ੁਰੂ ਹੋਈ। ਹਾਂਜੀ, ਸ਼ਰਾਬ ਵਾਲੇ ਇਹ, ਦੂਜੇ ਨਸ਼ੇ ਵਾਲੇ ਨਹੀਂ ਹੈ। ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਦੇ? ਕਿਉਂਕਿ ਇਹੋ ਚਲੋ ਖੋਜ ਕਰਕੇ ਪਤਾ ਲੱਗਿਆ ਜਾਏ ਵੀ ਇਹ ਕਹਿੰਦੇ ਇੱਥੇ ਕੱਲ੍ਹ ਨੂੰ ਹੋਰ ਵੀ ਇੱਥੇ ਹੋ ਸਕਦੇ ਨੇ ਦਿਨੇ ਮੈਗੀ ਇੱਥੇ ਲੋਕ ਬਹਿੰਦੇ ਨੇ, ਹੋਰ ਦੁਨੀਆ ਪਬਲਿਕ ਵੀ, ਤੇ ਕਿਸੇ ਦਾ ਵੀ ਕੰਮ ਗਲਤ ਹੋ ਸਕਦਾ ਹੁੰਦਾ ਹੈ ਜੀ। ਗਾਹ ਤੋਂ ਵੀ ਰੋਕਥਾਮ ਕੀਤੀ। ਇਹ ਧਾਰੀਵਾਲ ਸ਼ਹਿਰ ਦੇ ਵਿੱਚ ਹੀ ਲੱਗਦੇ 2 ਪਿੰਡ ਆ, ਫੱਜੂਪੁਰ ਤੇ ਆਪਣਾ ਲੇਲ। ਇਹ ਫੱਜੂਪੁਰ ਪਿੰਡ ਦੀਆਂ ਮੜੀਆਂ ਨੇ ਜਿੱਥੇ ਕਿ ਇਬਾਦਤ ਹੋਈ ਹੈ। ਜਿਹੜੀਆਂ ਬੋਡੀਆਂ ਮਿਲੀਆਂ ਨਾਲ ਜਿਹੜੀ ਝੋਨਾ ਆ ਇਹ ਲੇਲ ਪਿੰਡ 'ਚ ਪੈਂਦਾ। ਸੋ ਇਹ 2 ਬੰਦੇ ਸੀਗੇ, ਸ਼ਾਮ ਲਾਲ, ਇਹ ਜੋਗੀ ਪਿੱਛੋਂ ਕਹਿੰਦੇ ਸੀਗਾ। ਇਹਦੇ 2 ਮਾਂ ਬਾਪ ਜਿਹੜੇ ਆ ਐਸੇ ਆ ਜਿਹੜੀ ਜਿੱਥੇ ਡੈਥ ਹੋਈ ਇਹਦੀ ਹੋਈ ਹੈ, ਇਹਦੇ ਪਿੱਛੇ ਜਗ੍ਹਾ ਸੀ, ਉੱਥੇ ਰਹਿੰਦੇ ਸੀ 30-40 ਸਾਲ ਤੋਂ। ਉਹਨਾਂ 2 ਦੀ ਡੈਥ ਹੋ ਚੁੱਕੀ ਹੈ। ਇਕੱਲਾ ਹੀ ਸੀਗਾ ਇੱਥੇ, ਦਿਹਾੜੀ ਦੱਪਾ ਜਿੱਥੇ ਮਿਲ ਗਿਆ ਕਰ ਲਿਆ ਤੇ ਇੱਥੇ ਹੀ ਸੌਂਦਾ ਸੀ। ਜਿਹੜਾ ਦੂਜਾ ਮੁੰਡਾ ਆ ਪੀਟਰ ਸਟੀਫਨ ਉਹ ਲੇਲ ਪਿੰਡ ਦਾ ਆ। ਉਹਦੇ ਵੀ ਪਰਿਵਾਰ 'ਚ ਸਿਰਫ ਹੁਣ ਬਜ਼ੁਰਗ ਮਾਤਾ ਇੱਕ ਬੱਚੀ ਹੈ ਜਿਹੜੀ ਹੈਂਡੀਕੈਪਡ ਹੈ। ਸੋ ਉਹ ਵੀ ਦਿਹਾੜੀ ਦੱਪਾ ਕਰਕੇ ਤੇ ਇੱਥੇ ਹੀ ਆ ਕੇ ਸੌਂਦੇ ਸੀਗੇ। ਇਹ ਤਕਰੀਬਨ ਇਹ ਆ ਵੀ ਥੋੜ੍ਹਾ ਸ਼ਰਾਬ ਪੀਂਦੇ ਆਦਿ ਮੁੰਡੇ ਹੈਗੇ ਸੀਗੇ ਤੇ ਇੱਥੇ ਕਿਤੇ ਰਾਤ ਸੁੱਤੇ ਆ ਕੇ। ਹੁਣ ਇਹ ਆਪਾਂ ਮੌਕਾ ਵੇਖ ਲਿਆ। ਡੌਗ ਸਕੁਆਡ, ਫਿੰਗਰਪ੍ਰਿੰਟ ਵਾਲੇ, ਡੀਐਸਪੀ ਕੁਲਵਿੰਦਰ ਕੁਮਾਰ, ਡੀਐਸਪੀ ਆਪਣਾ ਧਾਰੀਵਾਲ ਤੇ ਡੀਐਸਪੀ ਰਜੇਸ਼ ਕੱਕੜ, ਡੀਐਸਪੀ ਡੀ, ਬਾਕੀ ਇੰਸਪੈਕਟਰ ਸੀ, ਇਹ ਸਾਰੇ ਬੰਦੇ ਆਏ ਆ। ਸਪੈਸ਼ਲ ਸਟਾਫ ਵੀ ਆਇਆ। ਕੋਸ਼ਿਸ਼ ਕਰਦੇ ਹਾਂ ਵੀ ਇਹ ਕਿਹੜੇ ਬੰਦਿਆਂ ਦਾ ਕੰਮ ਹੋ ਸਕਦਾ ਤੋਂ ਛੇਤੀ ਕੇਸ ਟ੍ਰੇਸ ਹੋ ਸਕੇ। ਅਜੇ ਤੱਕ ਸਰ ਕੋਈ ਕਿਸੇ ਤਰ੍ਹਾਂ ਦਾ ਕੋਈ ਸੁਰਾਗ ਹੈ ਜਿਹੜਾ ਪਤਾ ਲੱਗਾ ਜੀ? ਅਜੇ ਤੇ ਨਹੀਂ, ਅਜੇ ਤਾਂ ਗੱਲ ਕੋਈ ਨਹੀਂ ਪਤਾ ਲੱਗੀ, ਪਰ ਹਾਂ ਸੈਂਟੀਫਿਕਲੀ ਕੱਢ ਕੇ ਇਹਨੂੰ ਗੱਲ ਨੂੰ ਟ੍ਰੇਸ ਕਰਦੇ। ਸਰ ਕਾਰਨ ਕੀ ਲੱਗਦਾ? ਮਤਲਬ ਕਾਰਨ ਤੁਹਾਡੇ ਸਾਹਮਣੇ ਹੀ ਆ। ਇੱਥੇ ਵੰਡਣ ਜਗ੍ਹਾ ਆ, ਸ਼ਾਮਾਂ ਨੂੰ ਆ ਕੇ ਬੰਦੇ ਦੱਸਦੇ ਆ ਵੀ ਜਿਵੇਂ ਕੋਈ ਇੱਧਰ ਉੱਧਰ ਵਿਹਲਾ ਹੋਇਆ ਇੱਥੇ ਆ ਕੇ ਇਕੱਠੇ ਹੁੰਦੇ ਆ। ਕੋਈ ਆਪਸ 'ਚ ਝਗੜਾ ਕਿਸੇ ਦਾ ਵੀ ਹੋ ਸਕਦਾ ਆ, ਪੰਸਲੀ ਵੀ ਕਈ ਕਿਸੇ ਨਾਲ ਕੋਈ ਰੰਜਿਸ਼ਬਾਜ਼ੀ ਹੋ ਸਕਦੀ। ਕੋਈ ਇੱਥੇ ਉਹ ਤਾਂ ਹੈ ਨਹੀਂਗਾ ਵੀ ਬੜਾ ਸਮਾਨ ਪਿਆ, ਕੋਈ ਚੋਰੀ ਕਿਸੇ ਨੇ ਕਰਨੀ ਜਾਂ ਕੋਈ ਖੋਹ ਕਰਨ ਦੀ ਨੀਅਤ ਨਾਲ ਆਇਆ ਹੈ। ਕੋਈ ਹੋ ਸਕਦਾ ਕਿਤੇ ਨਸ਼ੇ ਦੇ ਵਿੱਚ ਕਿਸੇ ਨਾਲ ਕੋਈ ਝਗੜਾ ਹੋਇਆ ਜਾਂ ਕਿਸੇ ਨੇ ਆਪਣੀ ਪਰਸਨਲ ਰੰਜਿਸ਼ ਖਾਤਰ, ਕਿਉਂਕਿ ਬਰੂਟਲੀ ਮਾਰੇ ਬੰਦੇ, ਬੁਰੀ ਤਰ੍ਹਾਂ ਉਹਦੇ ਸਿਰ ਦੇ 'ਤੇ ਗਮਲੇ ਮਾਰ ਕੇ ਤੇ ਮਾਰਿਆ। ਸੋ ਕੋਈ ਨਹੀਂ, ਅਸੀਂ ਟ੍ਰੇਸ ਕਰ ਰਹੇ ਹਾਂ। ਪੰਜਾਬ ਸਰਕਾਰ ਮੁਰਦਾਬਾਦ। ਪੰਜਾਬ ਸਰਕਾਰ ਦੇ ਏਕੇਦਾਰ।
ਨਾਲ ਲੋੜ ਪਈ ਤੇ ਜੁੱਤੀ ਨਾਲ ਜੇਲਾਂ ਤੋਂ ਨਹੀਂ ਡਰਦੇ ਲੋਕ ਹੱਥਾਂ ਲਈ ਜੋ ਲੜਦੇ ਲੋਕ ਜੇਲਾਂ ਤੋਂ ਨਹੀਂ ਡਰਦੇ ਲੋਕ ਪੇਕ ਮਿਸ਼ਨ ਦੀ ਰਿਪੋਰਟ ਜਿਹਦੀ ਸਾਨੂੰ ਬੜੀ ਦੇਰ ਤੋਂ ਵੇਟ ਸੀ ਕਿ ਪੇਕ ਮਿਸ਼ਨ ਦੀ ਰਿਪੋਰਟ ਆਏਗੀ। ਪੇਕ ਮਿਸ਼ਨ ਦੀ ਰਿਪੋਰਟ ਵਿੱਚ ਸਾਨੂੰ ਦੇਣ ਦੀ ਬਜਾਏ ਸਾਡੇ ਕੋਲ ਬਹੁਤ ਕੁਝ ਖੋਲਿਆ। ਮੈਂ ਰਿਕਵੈਸਟ ਕਰਾਂਗੀ ਕਿ ਉਹਨੇ ਪੋਸਟਾਂ ਸਾਰੇ ਆਉਣੇ ਨੇ ਜਿਹੜੇ ਘੱਟੋ ਘੱਟ ਥੋੜੀ ਜਿਹੀ ਸਰਕਾਰ ਤੱਕ ਪਹੁੰਚਣ। ਉਹਨਾਂ ਨੇ ਪੰਜਾਬੀ ਵਿੱਚ ਕਿਹਾ ਕਿ ਜਿਹੜਾ ਖਲਾਰਾ ਪਾਇਆ ਵੇ ਉਹ ਸਾਫ਼ ਪਾਓ। ਜਿਹੜਾ ਖਲਾਰਾ ਕੇ ਪੰਜਾਬ ਪਾਇਆ ਤੇ ਉਹ ਪੇਕ ਮਿਸ਼ਨ ਉਸ ਕਮੇਟੀ ਚ ਕੌਣ ਮੈਂਬਰ ਪਾਇਆ ਉਹਨਾਂ ਨੇ। ਮੈਂ ਰਿਕਵੈਸਟ ਕਰਾਂਗੀ ਕਿ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕਰੋ ਸਿਆਪਾ ਹਾਏ ਕਰੋ ਸਿਆਪਾ ਹਾਏ ਕਰੋ ਸਿਆਪਾ ਹਾਏ ਇਹ ਕੀ ਹੋਇਆ ਡਾਕਟਰ ਸਾਹਿਬ ਇੱਧਰ ਸਾਹਮਣੇ ਇਹ ਕੀ ਹੋਇਆ ਕੈਪਟਨ ਹੋਇਆ ਇਹ ਕੀ ਹੋਇਆ ਕੈਪਟਨ ਹਾਏ ਕਰੋ ਸਿਆਪਾ ਹਾਏ ਮੈਡਮ ਇੱਧਰ ਦੇਖੋ ਜ਼ਿੰਦਾਬਾਦ ਪੇ ਕਮਿਸ਼ਨ ਮੁਰਦਾਬਾਦ 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 ਪੀਸੀਐਮ ਐਸੋਸੀਏਸ਼ਨ ਜਿੰਦਾਬਾਦ 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 ਪੰਜਾਬ ਪੈਰਾਮੈਡੀਕਲ ਸਟਾਫ ਜਿੰਦਾਬਾਦ 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 ਪੰਜਾਬ ਮੈਡੀਕਲ ਲੈਬ ਟੈਕਨੀਸ਼ੀਅਨ। ਅਸੀਂ 5 ਸਾਲ ਤੋਂ ਪੇ ਕਮਿਸ਼ਨ ਦੀ ਜਿਹੜੀ ਆ ਉਹ ਵੇਟ ਕਰ ਰਹੇ ਸੀ ਕਿ ਪੇ ਕਮਿਸ਼ਨ ਦੀ ਰਿਪੋਰਟ ਵਿੱਚ EMPLOYEES ਨੂੰ ਕੁਝ ਮਿਲੇਗਾ, ਬਟ ਜਦੋਂ ਦੀ ਪੇ ਕਮਿਸ਼ਨ ਦੀ ਰਿਪੋਰਟ ਆਈ ਆ ਉਹਦੇ ਵਿੱਚ ਸਾਨੂੰ ਮਿਲਣ ਦੀ ਬਜਾਏ ਸਾਡੇ ਜਿਹੜੇ ਆ ਹੱਕਾਂ ਤੇ ਡਾਕਾ ਮਾਰਿਆ ਗਿਆ। ਸਾਨੂੰ ਕੋਈ ਵੀ ਇਨਸੈਂਟਿਵ ਨਹੀਂ ਦਿੱਤਾ ਗਿਆ, ਜਦ ਕਿ ਸਾਡੇ ਅਲਾਉਂਸ ਖੋਣ ਦੀ ਕੋਸ਼ਿਸ਼ ਕੀਤੀ ਗਈ, ਸਾਡੀਆਂ ਬੇਸਿਕ ਪੇ ਖੋਣ ਦੀ ਕੋਸ਼ਿਸ਼ ਕੀਤੀ ਗਈ। ਅਸੀਂ ਗਵਰਨਮੈਂਟ ਅੱਗੇ ਇਹ ਬਾਰ-ਬਾਰ ਅਪੀਲ ਵੀ ਕਰਦੇ ਹਾਂ ਕਿ ਸਾਡੀ ਜਿਹੜੀ ਆ ਪੇ ਕਮਿਸ਼ਨ ਰੱਦ ਕੀਤਾ ਜਾਵੇ ਔਰ ਸਾਨੂੰ ਸਾਡਾ ਬਣਦਾ ਪਿਛਲੇ 5 ਸਾਲ ਦਾ DA ਦਿੱਤਾ ਜਾਵੇ ਜਿਹੜਾ ਗਵਰਨਮੈਂਟ ਫਰੀਜ਼ ਕਰਕੇ ਬੈਠੀ ਆ। ਸਾਨੂੰ ਸਾਡਾ DA ਦਿੱਤਾ ਜਾਏ, ਸਾਡੇ ਅਲਾਉਂਸ ਪੁਰਾਣੇ ਵਾਂਗੂ ਬਹਾਲ ਕੀਤੇ ਜਾਣ ਤੇ ਅਸੀਂ ਨਹੀਂ ਦੇਣਗੇ ਪੇ ਕਮਿਸ਼ਨ ਅਸੀਂ ਅਗਲੀ ਸਰਕਾਰ ਕੋਲੋਂ ਲੈ ਲਾਂਗੇ। ਅਗਰ ਇਸ ਸਰਕਾਰ ਕੋਲ ਮੁਲਾਜ਼ਮਾਂ ਨੂੰ ਦੇਣ ਵਾਸਤੇ ਕੁਝ ਨਹੀਂ ਹੈਗਾ, ਗਵਰਨਮੈਂਟ ਨੂੰ ਬੜੀ ਚੰਗੀ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਸੀ ਕਿ ਕੋਵਿਡ-19 ਵਿੱਚ ਹਸਪੀਟਲ ਸਟਾਫ ਨੇ ਹੀ ਡਾਕਟਰ ਸਾਹਿਬਾਨ, ਪੈਰਾਮੈਡੀਕਲ ਸਟਾਫ, ਨਰਸਿੰਗ ਸਟਾਫ ਹਰੇਕ ਬੰਦੇ ਨੇ ਦਿਨ ਰਾਤ ਇੱਕ ਕਰਕੇ ਇਸ ਕੋਵਿਡ ਮਹਾਮਾਰੀ ਤੇ ਕਾਬੂ ਪਾਇਆ। ਪਰ ਹੁਣ ਜਦੋਂ ਸਰਕਾਰ ਨੂੰ ਕੋਈ ਸਪੈਸ਼ਲ ਇਨਸੈਂਟਿਵ ਦੇਣ ਦੀ ਬਜਾਏ ਪੇ ਕਮਿਸ਼ਨ ਦੀ ਰਿਪੋਰਟ ਦਿੱਤੀ ਤੇ ਉਹ ਵੀ ਲੰਗੜੀ ਜਿਹੜੀ ਸਾਨੂੰ ਮਨਜ਼ੂਰ ਨਹੀਂ ਆ, ਅਸੀਂ ਉਹਨੂੰ ਰੱਦ ਕਰਦੇ ਹਾਂ। ਸਰਕਾਰ ਨੇ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਵਾ ਔਰ ਇਹਦੇ ਨਾਲ ਸਰਕਾਰ ਦੀ ਜਿਹੜੀ ਮਾਨਸਿਕਤਾ ਸੋਚ ਆ ਉਹ ਬਿਲਕੁਲ ਸਾਹਮਣੇ ਆ ਗਈ ਆ ਕਿ ਮੁਲਾਜ਼ਮਾਂ ਦੇ ਪ੍ਰਤੀ ਉਹਨਾਂ ਦਾ ਕੀ ਰਵੱਈਆ ਵਾ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਨੁਮਾਇੰਦੇ ਬਣਾਉਂਦੇ ਆ, ਵੋਟਾਂ ਪਾ ਕੇ ਵਿਧਾਨ ਸਭਾ 'ਚ ਗੱਲ ਕਰਨੇ ਆ ਉਹਨਾਂ ਨੂੰ ਕਿ ਉਹ ਇੱਕ ਵੱਡੀ ਪੰਚਾਇਤ ਆ, ਮੁਲਾਜ਼ਮਾਂ ਦੀ ਗੱਲ ਕਰਨਗੇ, ਲੋਕ ਹਿੱਤਾਂ ਦੀ ਗੱਲ ਕਰਨਗੇ, ਪੰਜਾਬ ਕਿਸ ਤਰ੍ਹਾਂ ਚਲਾਉਣਾ ਵਾ ਪੰਜਾਬ ਦੀ ਗੱਲ ਕਰਨਗੇ। ਅੱਜ ਉਹਨਾਂ ਸਾਰੇ ਲੋਕਾਂ ਦਾ ਬੇੜਾ ਬਹਿ ਗਿਆ ਵਾ। ਸਾਡੇ ਜਿਹੜੇ ਨਵੇਂ ਮੁਲਾਜ਼ਮ ਨੇ ਉਹਨਾਂ ਨੂੰ ਪੈਨਸ਼ਨਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਇੱਕ ਜਿਹੜਾ MLA ਤੇ ਚੇਅਰਮੈਨ ਲੋਕਾਂ ਦਾ ਚੁਣਿਆ ਵਾ ਉਹ 5 ਸਾਲਾਂ ਬਾਅਦ ਪੈਨਸ਼ਨ ਦਾ ਹੱਕਦਾਰ ਹੋ ਜਾਂਦਾ ਵਾ। ਦੱਸੋ ਇਹ ਕਿੱਧਰ ਦਾ ਇਨਸਾਫ ਆ? ਜਿਹੜਾ ਪੇ ਸਕੇਲ 5 ਸਾਲ ਤੋਂ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਵੱਧ ਕੇ ਆਉਣਾ ਵਾ ਔਰ ਉਹਨਾਂ ਨੇ ਸਭ ਨੂੰ ਜਿਹੜਾ ਥਲੜਾ ਘਟਾ ਕੇ ਸੀਗਾ ਉਹ ਕੈਟਾਗਰੀਆਂ ਨੂੰ ਦੇ ਦਿੱਤਾ। ਜਿਹੜਾ ਇਹਦੇ ਵਿੱਚ ਮਿੰਟ ਕਰਕੇ ਲੋਕਾਂ ਨੂੰ ਮਹਿੰਗਾਈ ਦੇ ਹਿਸਾਬ ਨਾਲ ਜਿਹੜੇ ਹਾਊਸ ਰੈਂਟ ਦੇਣੇ ਆ ਉਹਨਾਂ ਦੇ PCM ਸਾਡੇ ਪੈਸੇ ਆ, ਇਹਨਾਂ ਦੇ NPA ਜਿਹੜੇ ਇਹਨਾਂ ਨੂੰ ਵਧਾ ਕੇ ਦੇਣੇ ਆ, ਪੈਰਾਮੈਡੀਕਲ ਸਟਾਫ ਦੇ ਜਿਹੜੇ ਮੋਬਾਈਲ ਭੱਤੇ ਨੇ ਔਰ ਇਹਦੇ ਨਾਲ ਜਿਸ ਤਰ੍ਹਾਂ ਹਾਊਸ ਰੈਂਟ ਆ ਇਹੋ ਜਿਹੀਆਂ ਚੀਜ਼ਾਂ ਵਧਾ ਕੇ ਦੇਣੀਆਂ ਨੇ ਉਹ ਬਿਲਕੁਲ ਟੋਟਲੀ ਕਰ ਦਿੱਤੀਆਂ ਨੇ ਭਾਈ ਲੋਕਾਂ ਦਾ ਗਲ ਘੁੱਟ ਕੇ। ਤੇ ਮੈਂ ਤੇ ਇੱਕ ਚੀਜ਼ ਕਹਿਣਾ ਚਾਹੁੰਦਾ ਵੀ ਜਿਹੜਾ MLA ਆ ਇਹਦੀ 2.5 ਸਾਲ ਬਾਅਦ ਪੈਨਸ਼ਨ ਸ਼ੁਰੂ ਕਰ ਦਿਓ, ਸਾਨੂੰ ਭਾਵੇਂ ਨਾ ਕੁਛ ਦਿਓ, ਇਹਨਾਂ ਦਾ ਜਿਹੜਾ ਢਿੱਡ ਵਾ ਉਹ ਜ਼ਰੂਰ ਤਰੀਕੇ ਨਾਲ ਭਰਨਾ ਚਾਹੀਦਾ ਵਾ। ਆਪਣੇ ਦੇ ਵਿੱਚ ਉਹਨਾਂ ਦੇ ਲੜਾਈਆਂ ਲੱਗੀਆਂ ਨੇ, ਇੱਕ ਦੂਜੇ ਵੱਲ ਵੇਖਣ ਡਏ ਆ ਔਰ ਜਿਹੜੇ ਲੋਕਾਂ ਨੇ 2 ਸਾਲ ਲਗਾਤਾਰ ਮਨੁੱਖੀ ਬੰਬ ਬਣ ਕੇ ਲੋਕਾਂ ਦੀ ਸੇਵਾ ਕੀਤੀ ਆ, ਮਿਨਿਸਟਰਾਂ ਦੀ ਸੇਵਾ ਕੀਤੀ ਆ, ਉਹ ਲੋਕਾਂ ਨੂੰ ਅੱਜ ਦਰਿਆ ਤੇ ਬਹਿਣਾ ਪੈਣ ਡਿਆ ਵਾ। ਇਹ ਕਿਸ ਕਿਸਮ ਦੀ ਸਰਕਾਰ ਆ? ਇਹ ਕਿੱਦਾਂ ਦੇ ਲੋਕ ਏ? ਇਹ ਕਿੱਦਾਂ ਦੇ ਪੇ ਕਮਿਸ਼ਨ ਨੇ? ਔਰ ਇਹ ਪੇ ਕਮਿਸ਼ਨ ਨੂੰ
ਪੂਰਾ ਹੀ ਪੈਰਾਮੈਡੀਕਲ ਸਟਾਫ ਜਿਹੜਾ ਵਾ ਠਕਰਾਉਂਦਾ ਵਾ। ਔਰ ਮੈਂ ਇਸ ਨਾਲ ਦੀ ਨਾਲ ਇਹ ਕਹਿਣਾ ਚਾਹੁੰਦਾ ਕਿ ਜੇਕਰ ਥੋੜੇ ਸਮੇਂ ਦੇ ਵਿੱਚ ਸਰਕਾਰ ਇਸ ਚੀਜ਼ ਦਾ ਸੋਲੂਸ਼ਨ ਨਹੀਂ ਕੱਢਦੀ, ਜੋ ਤਰੁੱਟੀਆਂ ਉਹਨਾਂ ਨੇ ਕੀਤੀਆਂ ਨੇ ਸਾਡੇ ਨਾਲ, ਜੋ ਵਧੀਕੀਆਂ ਕੀਤੀਆਂ ਨੇ, ਉਹਨਾਂ ਦਾ ਹੱਲ ਨਹੀਂ ਲੱਭਦੀ, ਤੇ ਫਿਰ ਸਮੁੱਚਾ ਪੈਰਾਮੈਡੀਕਲ ਸਟਾਫ ਵਿਦ PCMS ਜਿਹੜੇ ਹਸਪਤਾਲ ਆ ਇਹਨਾਂ ਨੂੰ ਤਾਲੇ ਲੱਗ ਜਾਣਗੇ ਔਰ ਇਹਦੀ ਜ਼ਿੰਮੇਵਾਰ ਜਿਹੜੀ ਆ ਟੋਟਲ ਪੰਜਾਬ ਸਰਕਾਰ ਹੋਵੇਗੀ। ਵਿਚਾਰਾਂ ਤੇ ਗੁਰਮੁਖ ਦੀਆਂ ਵਿਚਾਰਾਂ ਦੇ ਕੋਲ ਸਰਵਣ ਕਰੀ ਪੁੰਨਿਆ ਅਰਦਾਸ ਦੀ ਛੋੜੀ ਪਤਨੀ ਬੁਲਾ ਫਤਿਹ। ਵਾਹਿਗੁਰੂ। ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਅੱਜ ਰੋਜ਼ ਦੇ ਵਿਸ਼ੇਸ਼ ਤੌਰ ਤੇ ਇਸ ਦੇ ਬਾਰੇ ਨਿਮਾਣੇ ਕਰ ਰਹੇ ਹਾਂ। ਵਿਸ਼ੇਸ਼ ਦੇ ਸਾਥ ਸਭ ਨੂੰ ਪਤਾ ਹੁੰਦਾ ਕਿ ਬੜੇ ਅਧਿਐਨ ਹੁੰਦੇ ਨੇ ਇਹਨਾਂ ਦੇ। ਕੀ ਨਾ ਤੁਹਾਡਾ? ਡਾਕਟਰ ਜਸਪਾਲ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿਸਟਰਡ ਖੰਨਾ ਜੀ। ਅੱਜ ਗੁਰਦੁਆਰਾ ਸਾਹਿਬ ਵਿਖੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਬੜੀ ਪਿਆਰ, ਸਤਿਕਾਰ ਅਤੇ ਸ਼ਰਧਾ ਦੇ ਨਾਲ ਮਨਾਇਆ ਗਿਆ ਹੈ। ਇਲਾਕੇ ਦੀਆਂ ਸਮੂਹ ਸੰਗਤਾਂ ਇਸ ਦੇ ਵਿੱਚ ਸ਼ਾਮਲ ਹੋਈਆਂ ਨੇ। ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦਾ ਜੋ ਹਜ਼ੂਰੀ ਜਥਾ ਸੀ, ਉਸ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਸਾਡੇ ਕੋਲ ਪਹੁੰਚੇ ਸਨ ਗਿਆਨੀ ਹਰਪਾਲ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ। ਉਹਨਾਂ ਨੇ ਆਪਣੀ ਗੁਰਮਤਿ ਵਿਚਾਰਾਂ ਰਾਹੀਂ ਅਤੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰੂ ਬਾਣੀ ਨਾਲ, ਗੁਰ ਇਤਿਹਾਸ ਦੇ ਨਾਲ ਜੋੜਿਆ ਹੈ ਅਤੇ ਬੜੇ ਸੰਗਤਾਂ ਨੇ ਵੀ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਉਹਨਾਂ ਦੀ ਵਿਚਾਰਾਂ ਨੂੰ ਸ਼ਰਵਣ ਕੀਤਾ ਹੈ ਅਤੇ ਆਪਣਾ ਜੀਵਨ ਸਫਲਾ ਕੀਤਾ ਹੈ। ਇਸੇ ਸਬੰਧ ਦੇ ਵਿੱਚ ਕੱਲ੍ਹ ਰਾਤ ਨੂੰ ਇਸੇ ਸਥਾਨ 'ਤੇ ਰਾਤ 7 ਵਜੇ ਤੋਂ ਲੈ ਕੇ 9:30 ਵਜੇ ਤੱਕ ਗੁਰਮਤਿ ਸਮਾਗਮ ਹੋ ਰਹੇ ਹਨ, ਜਿਸ ਦੇ ਵਿੱਚ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਪਹੁੰਚਦੇ ਹਨ ਭਾਈ ਸਾਹਿਬ ਭਾਈ ਬਲਪ੍ਰੀਤ ਸਿੰਘ ਲੁਧਿਆਣੇ ਵਾਲੇ, ਜੋ ਰਾਤ ਤਕਰੀਬਨ 8:15 ਵਜੇ ਤੋਂ ਲੈ ਕੇ 9:30 ਵਜੇ ਤੱਕ ਸੰਗਤਾਂ ਨੂੰ ਗੁਰੂ ਕੀਰਤਨ ਦੇ ਨਾਲ ਜੋੜਨਗੇ, ਗੁਰਬਾਣੀ ਦੇ ਨਾਲ ਜੋੜਨਗੇ, ਗੁਰ ਇਤਿਹਾਸ ਦੇ ਨਾਲ ਜੋੜਨਗੇ। ਅਸੀਂ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਸਥਾਨ 'ਤੇ ਸ਼ਾਮਲ ਹੋਵੋ ਅਤੇ ਆਪਣਾ ਜੀਵਨ ਸਫਲਾ ਕਰੋ। ਉਸ ਤੋਂ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਅੱਜ ਵੀ ਸੰਗਤਾਂ ਨੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਮਿੱਸੇ ਪ੍ਰਸ਼ਾਦੇ, ਦਹੀਂ, ਮੱਖਣ ਅਤੇ ਲੱਸੀ ਦਾ ਜੋ ਅਰੇਂਜਮੈਂਟ ਕਰਕੇ ਆਪਣੇ ਘਰਾਂ ਤੋਂ ਪ੍ਰਸ਼ਾਦੇ ਲਿਆ ਕੇ ਸੰਗਤ ਨੇ ਸੇਵਾ ਕੀਤੀ ਹੈ। ਅਸੀਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਬਾਬਾ ਜੀ? ਮੇਰਾ ਨਾਮ ਭਾਈ ਅਵਤਾਰ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਖੰਨਾ ਵਿਖੇ। ਕੀ ਪ੍ਰੋਗਰਾਮ ਕੀਤਾ ਹੈ ਗੁਰਦੁਆਰਾ? ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਅਤੇ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਗਏ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ 4 ਜੰਗਾਂ ਆਪਣੇ ਜੀਵਨ ਵਿੱਚ ਕੀਤੀਆਂ ਔਰ ਇੱਕ ਜੰਗ ਦਾ ਕਾਰਨ ਇੱਕ ਬਾਜ ਵੀ ਸੀ, ਜਿਹੜਾ ਸ਼ਾਹੀ ਬਾਜ ਗੁਰੂ ਸਾਹਿਬ ਜੀ ਨੇ ਪਕੜਿਆ ਔਰ ਗੁਰੂ ਸਾਹਿਬ ਨੇ ਉਦੋਂ ਬਚਨ ਕੀਤਾ ਸੀ ਵੀ ਇਹ ਬਾਜ ਤਾਂ ਅਸੀਂ ਹੁਣ ਦੇਣਾ ਹੀ ਨਹੀਂ, ਇਹਦੇ ਨਾਲ ਨਾਲ ਅਸੀਂ ਇਹਨਾਂ ਦਾ ਤਾਜ ਤੇ ਇਹਨਾਂ ਦਾ ਰਾਜ ਵੀ ਪ੍ਰਾਪਤ ਕਰਨੇ। ਤੇ ਗੁਰੂ ਪਾਤਸ਼ਾਹ ਦੇ ਉਹਨਾਂ ਬਚਨਾਂ ਨੂੰ 80-85 ਸਾਲ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ
ਸੰਪੂਰਨ ਕੀਤਾ ਜਦੋਂ ਉਹਨਾਂ ਨੇ ਸਨ 1710 ਈਸਵੀ ਨੂੰ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਖਾਲਸਾ ਰਾਜ ਦਾ ਨਿਸ਼ਾਨ ਸਾਹਿਬ ਝੁਲਾ ਦਿੱਤਾ ਤੇ ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ ਹਨ। ਸਮੂਹ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰੀਆਂ ਹਨ। ਬੋਟੀ ਬੂਟੀ ਹੋ ਗਿਆ ਸਿੱਖੀ ਨਾ ਸੂਰਮੇ ਹਾਰੀ, ਵਿਰਲੇ ਜੰਮਣ ਜੱਗ ਤੇ ਇਹੋ ਜਿਹੇ ਪਰਉਪਕਾਰੀ। ਉਹਨਾਂ ਮਹਾਨ ਸ਼ਹੀਦਾਂ ਨੂੰ ਵੀ ਸਮੂਹ ਸੰਗਤਾਂ ਨੇ ਸ਼ਹੀਦਾ ਕੀਤਾ ਹੈ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਅਸੀਂ ਇਸੇ ਤਰੀਕੇ ਦੇ ਨਾਲ ਉਹਨਾਂ ਮਹਾਨ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਦੇ ਰਹੀ। ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਜਾਨੋ, ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਤਾਂ ਇਹ ਸਾਡੇ ਮਨਾਏ ਹੋਏ ਦਿਹਾੜੇ ਸਫਲੇ ਹੋਣਗੇ। ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਗੱਲਬਾਤ ਹੋਈ ਹੈ? ਇਹ ਮੇਰੀ ਭੂਆ ਦਾ ਬੇਟਾ ਜੀ, ਡਾਕਟਰ ਮੋਹਿਤ ਨੰਦਾ। ਅੱਛਾ ਜੀ। ਇਹ ਰਾਤੀ ਸਾਨੂੰ ਸਾਡੇ ਫੁੱਫੜ ਜੀ ਦਾ ਫੋਨ ਆਇਆ ਤੇ ਵੀ ਇਸ ਤਰ੍ਹਾਂ ਉਹਦੀ ਡੈਥ ਹੋ ਗਈ ਹੈ। ਅਸੀਂ ਜਦੋਂ ਆਏ ਆ ਤੇ ਲੱਕੀ ਬੂਟ ਹਾਊਸ ਦੇ ਅੰਦਰ ਇਹਨਾਂ ਦੀ ਡੈੱਡ ਬੋਡੀ ਪਈ ਹੈ, ਜਿਹੜੀ ਕਿ ਬੋਰੀਆਂ ਦੇ ਵਿੱਚ ਵਲੇਟੀ ਹੋਈ ਸੀ। ਜਿਹੜੀ ਪਲਾਸਟਿਕ ਦੀਆਂ ਵਾਈਟ ਕਲਰ ਦੀਆਂ ਤੱਪੜ ਹੁੰਦੇ ਉਹਦੇ 'ਚ ਬੋਡੀ ਇਹਨਾਂ ਦੀ ਵਲੇਟੀ ਦੀ ਸੀ ਤੇ ਸਿਰ ਦੇ ਬੈਕ ਸਾਈਡ ਤੇ ਬਹੁਤ ਜ਼ਿਆਦਾ ਸੱਟ ਲੱਗੀ ਹੋਈ ਸੀ। ਕਿਰਚਾਂ ਜਿਵੇਂ ਜਾਂ ਦਾਤਰ ਨਾਲ ਵਾਰ ਕੀਤਾ ਹੋਏਗਾ। ਭਰਾ ਸਾਡਾ ਬਹੁਤ ਹੈਲਦੀ ਸੀ, ਜਵਾਨ ਸੀ ਤੇ ਇਹ ਕੋਈ ਇੱਕ ਦੋ ਬੰਦਿਆਂ ਦਾ ਕੰਮ ਨਹੀਂ। ਹੁਣ ਪਤਾ ਨਹੀਂ, ਪ੍ਰਮਾਤਮਾ ਜਾਣਦਾ ਜੀ ਕੀ ਕਿੰਨੇ ਬੰਦੇ। ਪਰ ਡੈੱਡ ਬੋਡੀ ਲੱਕੀ ਬੂਟ ਹਾਊਸ ਦੇ ਦੁਕਾਨ ਦੇ ਅੰਦਰ। ਥਾਣੇ ਤੋਂ ਕਿੰਨੀ ਦੂਰੀ ਤੇ ਹੈ ਜੀ ਇਹ? ਹਾਂਜੀ ਹਾਂਜੀ, ਮੈਂ ਕਿਹਾ ਥਾਣੇ ਤੋਂ ਕਿੰਨੀ ਦੂਰੀ? ਥਾਣੇ ਦੇ ਸਾਹਮਣੇ ਜੀ। ਤੇ ਭਾਈ ਕੀ ਕਰਦਾ ਸੀ ਮੋਹਿਤ ਜਾ, ਕੀ ਕਰਦਾ ਸੀ? ਉਹ ਡਾਕਟਰ ਹੀ ਜੀ। ਹਾਂਜੀ, BMS ਡਾਕਟਰ ਸੀ। ਇਹਨਾਂ ਕੋਲ ਹੱਥ ਮਣੀ ਪੈਸੇ ਲਏ ਉਧਾਰੇ, ਉਹ ਲੈਣ ਆਇਆ। ਇਹਨਾਂ ਨੇ ਪਲੈਨਿੰਗ ਦੇ ਤਹਿਤ ਉਹਦਾ ਮਰਡਰ ਕਰਤਾ। ਰੱਸੀ ਵੀ ਲਾਗੇ ਪਈ ਸੀ। ਕੀ ਮੰਗ ਭਾਈ ਤੁਸੀਂ ਕਰ ਰਹੇ ਹੋ? ਮੰਗ ਇਹੋ ਜੀ, ਸਾਡਾ ਭਰਾ ਚਲ ਗਿਆ ਜੀ ਤੇ ਵਾਪਸ ਆ ਨਹੀਂ ਸਕਦਾ, ਪਰ ਇਨਸਾਫ ਹੋਏ ਜੀ। ਪੂਨਮ ਪਤਨੀ ਮੋਹਿਤ ਨੰਦਾ, ਜੋ ਕਿ ਇੱਕ ਡਾਕਟਰ ਹੈ ਇੱਥੇ BAMS ਦੀ ਜਿਹੜੇ ਡਾਕਟਰ ਹੈ ਤੇ ਦੁਕਾਨ ਚਲਾਉਂਦਾ ਬਹਿਰਾਮਪੁਰ। ਇਹਦੀ ਵਾਈਫ ਜਿਹੜੀ ਹੈ ਪੂਨਮ, ਇਹਨੇ ਥਾਣੇ ਕੱਲ ਆ ਕੇ ਇਤਲਾਹ ਦਿੱਤੀ ਰਾਤ ਨੂੰ ਕਿ ਮੇਰਾ ਜਿਹੜਾ ਘਰ ਵਾਲਾ ਸੀਗਾ ਉਹ ਮੈਂ ਵੇਟ ਕਰਦੀ ਰਹੀ ਸ਼ਾਮ ਨੂੰ ਰੂਟੀਨ 'ਚੋਂ ਆਪਣੇ ਕਲੀਨਿਕ ਤੋਂ ਵਾਪਸ ਆ ਜਾਂਦੇ, ਘਰ ਤੇ ਆਏ ਨਹੀਂ। ਤੇ ਜਦੋਂ ਮੈਂ ਉਹਨੂੰ ਸ਼ਾਮੀ ਇਹਨਾਂ ਕੋਈ 6 ਵਜੇ ਫੋਨ ਕੀਤਾ ਸੀਗਾ ਤਾਂ ਉਹਨੇ ਇਹ ਦੱਸਿਆ ਸੀਗਾ ਕਿ ਇੱਕ ਲੱਕੀ ਬੂਟ ਹਾਊਸ ਹੈ ਉੱਥੇ, ਜਿਹਦਾ ਇਹ ਮਾਲਕ ਹੈਗਾ ਲਖਵਿੰਦਰਪਾਲ ਲੱਕੀ, ਵੀ ਉਹਦੇ ਕੋਲ ਇਹਨੇ ਪੈਸੇ ਦਿੱਤੇ ਸੀ ਵਿਆਜੀ। ਅਕਸਰ ਇਹ ਜਿਹੜਾ ਡਾਕਟਰ ਹੈ ਵਿਆਜੀ ਪੈਸੇ ਦਿੰਦਾ ਸੀਗਾ ਤੇ ਡੇਲੀ ਬੇਸ ਤੇ ਕਿਸ਼ਤਾਂ ਦੇ ਪੈਸੇ 500,000 ਰੁਪਏ ਡੇਲੀ ਦੇ ਹਿਸਾਬ ਨਾਲ ਵਾਪਸ ਲੈਂਦਾ ਸੀ। ਵੀ ਉਹਨੇ ਦੱਸਿਆ ਕਿ ਮੈਂ ਲੱਕੀ ਵੱਲ ਪੈਸੇ ਲੈਣ ਆਇਆ ਸ਼ਾਮ ਨੂੰ। ਉਹਨੇ ਦੱਸਿਆ ਆਪਣੀ ਵਾਈਫ ਨੂੰ। ਜਦੋਂ ਇਹ ਉਹ ਦੁਕਾਨ ਤੇ ਰਾਤੀ ਗਈ, ਉਹ ਘਰੇ ਨਹੀਂ ਆਇਆ ਤਾਂ ਇਹਨਾਂ ਨੇ ਪਹਿਲਾਂ ਆਪਣੀ ਦੁਕਾਨ ਤੇ ਵੇਖਿਆ, ਨਹੀਂ ਮਿਲਿਆ। ਫਿਰ ਇਹ ਲੱਕੀ ਦੀ ਦੁਕਾਨ ਤੇ ਗਏ ਤਾਂ ਉੱਥੇ ਵੀ ਉਹਦਾ ਸ਼ਟਰ ਦੁਕਾਨ ਦਾ ਬੰਦ ਸੀਗਾ ਤੇ ਇਹਦਾ ਚਾਚਾ ਸਹੁਰਾ ਨਾਲ ਸੀਗਾ ਤੇ ਉਹਦਾ ਪਰ ਅੰਦਰ ਪੱਖਾ ਚੱਲਦਾ ਸੀ। ਸੋ ਇਹਨਾਂ ਨੇ ਸ਼ੱਕ ਪੈ ਗਿਆ। ਇਹਨਾਂ ਨੇ ਉਹ ਸ਼ਟਰ ਖੋਲ੍ਹ ਕੇ ਜਦੋਂ ਵੇਖਿਆ ਤਾਂ ਉੱਥੇ ਅੰਦਰ ਇੱਕ ਬੋਰੀ ਦੇ ਵਿੱਚ ਡਾਕਟਰ ਮੋਹਿਤ ਦੀ ਜਿਹੜੀ ਸੀ ਡੈੱਡ ਬੋਡੀ ਸੀਗੀ ਉਹ ਪਈ ਸੀ। ਇਹ 'ਤੇ ਫੌਰੀ ਤੌਰ 'ਤੇ ਇਹਨਾਂ ਪੁਲਿਸ ਨੂੰ ਇਤਲਾਹ ਦਿੱਤੀ। ਸੋ ਇਹ ਜਦੋਂ ਇਹ ਉੱਥੇ ਪਹੁੰਚੇ ਦੁਕਾਨ 'ਤੇ ਉਦੋਂ ਲੱਕੀ ਤੇ ਇੱਕ ਉਹਦਾ ਜਿਹੜਾ ਦੋਸਤ ਹੈ
ਉਹਦਾ ਦੋਸਤ ਹੈਗਾ ਆ ਅਮਨ, ਇਹ ਪਸਿਆਲ ਦਾ ਹੈਗਾ, ਇਹ ਉੱਥੇ ਖੜੇ ਸੀਗੇ ਦੁਕਾਨ ਦੇ ਬਾਹਰ। ਇਹਨਾਂ ਨੂੰ ਵੇਖ ਕੇ ਉਹ ਵੀ ਫੌਰੀ ਤੌਰ ਤੇ ਮੋਟਰਸਾਈਕਲ ਤੇ ਉੱਥੋਂ ਨਿਕਲ ਗਏ ਸੀਗੇ। ਸੋ ਜੋ ਇਹਨਾਂ ਨੇ ਬਿਆਨ ਦਿੱਤਾ ਹੈ ਕਿ ਸਾਨੂੰ ਪੂਰਾ ਸ਼ੱਕ ਆ ਕਿ ਇਹਦੇ ਕੋਲ ਇਹਨੇ ਪੈਸੇ ਲੈਣੇ ਸੀ, ਇਹਦੇ ਘਰ ਵਾਲੇ ਨੇ, ਤੇ ਉਹਦੇ ਚੱਕਰ ਦੇ ਵਿੱਚ ਜਦੋਂ ਪੈਸੇ ਲੈਣ ਗਿਆ ਤਾਂ ਉੱਥੇ ਕੁਝ ਕਲਫਿੰਗ ਹੋਈ ਤੇ ਇਹਨਾਂ ਉਹ ਜਿਹੜੇ ਦੋ ਜਣੇ ਅਮਨ ਤੇ ਜਿਹੜਾ ਲੱਕੀ ਹੈ, ਇਹਨਾਂ ਨੇ ਡਾਕਟਰ ਜਿਹੜਾ ਇਹਦਾ ਰੋਹਿਤ ਹੈ ਮੋਹਿਤ ਦਾ ਇਹਦਾ ਕਤਲ ਕੀਤਾ। ਇਹਦੇ ਤਫਤੀਸ਼ ਦਾ ਹਿੱਸਾ, ਕਿਉਂਕਿ ਆਪ ਤਾਂ ਹੁਣ ਮੁੰਡਾ ਮਰ ਗਿਆ, ਉਹਨੂੰ ਵਾਈਫ ਨੂੰ ਇਹ ਨਹੀਂ ਕਲੀਅਰ ਹੈਗਾ ਵੀ ਕਿੰਨੇ ਪੈਸੇ ਸੀਗੇ। ਬਾਕੀ ਰਿਕਾਰਡ 'ਚ ਜਿਹੜੀ ਉਹਦੇ ਡੈਰੀ ਡੂਰੀ ਹੋ ਗਈ ਪਤਾ ਲੱਗੂਗਾ, ਉਹ ਅਸੀਂ ਇਨਵੈਸਟੀਗੇਸ਼ਨ 'ਚ ਵੇਖਾਂਗੇ। ਜੋ ਪਰਚਾ ਜਿਹੜਾ ਹੈ ਇਹਦੇ ਖਿਲਾਫ ਇਹਨਾਂ ਦੇ ਦਰਜ ਕਰ ਦਿੱਤਾ ਗਿਆ ਹੈ ਤੇ ਤਫਤੀਸ਼ ਜਿਹੜੀ ਆ ਸਾਡੇ SHO ਬਹਿਰਾਮਪੁਰ ਕਰ ਰਹੇ। ਲੈ ਭਾਜੀ ਹਾਂਜੀ 150 ਬੁਲਾਉਂਦੇ ਨੇ। ਇੱਕ ਮਿੰਟ ਯਾਰ, ਹੁਣ ਇਹ ਵੀ ਫੋਨ ਨਾਲ ਖਾਓਗੇ ਜੀ ਆਪੇ ਖਾਈ ਸਤਿ ਸ਼੍ਰੀ ਅਕਾਲ ਜੀ। ਬਸ ਵਧੀਆ, ਤੁਸੀਂ ਸੁਣਾਓ? ਪਛਾਣਿਆ ਆਪਾਂ ਹੁਣ? ਹਾਂਜੀ, ਹੋਰ ਕੀ ਹਾਲ ਜੀ? ਵਧੀਆ ਜੀ, ਵਧੀਆ ਚੜ੍ਹਦੀ ਕਲਾ। ਕੀ ਗੱਲ ਹੈ ਤੁਹਾਨੂੰ? ਜੇ ਅਸੀਂ ਸ਼ਹਿਰੀ ਇਕੱਲੇ ਪੰਜਾਬ ਦੀ ਇਹੋ ਜਿਹੀ ਕੋਈ ਗੱਲ ਨਹੀਂ ਚਲਾ ਦੋ ਜਾ ਕਰੋ ਕਰ ਲਾ ਫੋਟੋ ਠੀਕ ਹੈ ਜੀ। ਆ ਦੇਖੋ ਥੈਂਕ ਯੂ। ਨਹੀਂ ਆਈਆਂ ਹੀ ਆ ਕਿ ਪੇਪਰ ਕਿਹਨੇ ना ले गए ते गाना गा रहे सी नशे से चढ़ गई होए नाजुकता नाल बुल्ला नाल लाया होया है मैं ते हजे भी कईयां दे हत्थां ते बुल्लां विच दबिया होया आ मेरी लाली ਤਾਂ ਸ਼ਹਿਰਾਂ ਦੀਆਂ ਕੰਧਾਂ ਅਤੇ ਪਿੰਡਾਂ ਦੀ ਖੂਬਸੂਰਤੀ ਵਧਾ ਰਹੀਆਂ ਹਨ ਕਿ ਆਪਣੀਆਂ ਹੀ ਮਾਰੀ ਜਾ ਰਹੇ ਹੋ ਮੈਨੂੰ ਵੇਖੋ ਮੈਂ ਤੇ ਨੌਜਵਾਨਾਂ ਦੀ ਜਾਨ ਤੇ ਠੇਕਿਆਂ ਦੀ ਸ਼ਾਨ ਆ ਸਾਥੀ ਮਿਲ ਕੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਉਣ ਜਾ ਰਹੇ ਹਾਂ ਕੀ ਤੁਸੀਂ ਜਾਣਦੇ ਹੋ ਕਿ WHO ਦੀ ਰਿਪੋਰਟ ਦੇ ਅਨੁਸਾਰ ਨਸ਼ੇ ਕਰਨ ਨਾਲ ਲੱਖਾਂ ਲੋਕ ਮਰ ਰਹੇ ਹਨ ਅਤੇ ਜ਼ਿਆਦਾਤਰ ਮੌਤਾਂ ਘੱਟ ਉਮਰ ਦੇ ਨੌਜਵਾਨ ਡੀਸਟੀ ही ले ले सारा डिस्ट्रिक्ट
ਲਾ ਟੋਪ ਲਾਗੇ ਰੇ ਆਪਾਂ ਲੋ ਬੀੜੀ ਲੋ ਕੋਲੇ ਪਲਾ ਪਾਉ ਕੀ ਹਾਲ ਆ ਜੰਨਤ? ਹਾਂ ਹਾਂ ਕਰਾਉਣੀ ਆ, ਜੰਨਤ ਦੀ ਸੈਰ ਵੀ ਕਰਾਉਂਦੇ ਆ। ਚੱਲ ਆ ਤੈਨੂੰ ਆਪਣੇ ਦੋਸਤ ਕੋਲ ਲੈ ਕੇ ਜਾਵਾਂ, ਉਹਦੇ ਕੋਲ ਜੋ ਚਾਹੋ ਉਹ ਮਿਲੂਗਾ। ਚੱਲ ਫਿਰ। ਪੁਲਿਸ ਤੇ ਆਏ ਹੋਏ ਪਤਵੰਤੇ, ਆਪ ਸਭ ਦਾ ਬਹੁਤ ਸਵਾਗਤ ਹੈ। ਅੱਜ ਅਸੀਂ ਅੰਤਰਰਾਸ਼ਟਰੀ ਡਰੱਗ ਅਬਿਊਜ਼ ਡੇ ਤੇ ਅਸੀਂ ਇਕੱਠੇ ਹੋਏ ਹਾਂ ਔਰ ਤੁਹਾਡੇ ਵੱਲੋਂ ਸਾਨੂੰ ਇਨਵਾਈਟ ਕਰਨ ਵੱਲੋਂ ਵੀ ਅਸੀਂ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਮੈਂ ਸਹਿਯੋਗ ਦੇ ਨਾਲ ਸਿਵਲ ਹਸਪਤਾਲ ਬਟਾਲਾ 'ਚ ਇੱਕ ਨਸ਼ਾ ਛਡਾਊ ਕੇਂਦਰ ਵੀ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਹੈ। ਸੋ 12 ਸਾਲ ਤੋਂ ਇਹ ਆਪਣੀਆਂ ਸੇਵਾਵਾਂ ਦੇ ਰਹੇ ਨੇ। ਉਹਨਾਂ ਦੇ ਕਾਉਂਸਲਰ ਨੇ ਇੰਦੂ ਬਾਲਾ ਜੀ ਦੇਸ਼ ਸੂਬੇ ਦੀ ਏਕਤਾ ਤੇ ਅਖੰਡਤਾ ਦੀ ਜਾਨਾਂ ਨਿਸ਼ਾਵਰ ਕੀਤੀਆਂ ਸੀ। ਸੋ ਉਸ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਹੋਰ ਜਿਹੜੇ ਆਲਾ ਅਫਸਰ ਨੇ ਉਹਨਾਂ ਨੇ ਉਪਰਾਲਾ ਕੀਤਾ ਜੀ। ਜਿਹੜਾ ਖੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ ਜੀ। ਇਹ ਵੇਖੋ ਇਨਸਾਨ ਦੇ ਸਰੀਰ ਦੇ ਵਿੱਚ ਹੀ ਪੈਦਾ ਹੁੰਦਾ ਅਤੇ ਕਿਸੇ ਜ਼ਰੂਰਤਮੰਦ ਦੇ ਗਰੀਬ ਦੇ ਜਾਂ ਕੋਈ ਵੀ ਜਿਹੜਾ ਕੋਈ ਐਕਸੀਡੈਂਟ ਵਗੈਰਾ ਹੁੰਦਾ ਜਿਹਨੂੰ ਲੋੜ ਹੁੰਦੀ ਆ ਉਹਨੂੰ ਇਹ ਖੂਨ ਜਿਹੜਾ ਚਾੜਿਆ ਜਾ ਸਕਦਾ। ਇਹ ਕਿਸੇ ਕੋਈ ਸਿਆਸੀ ਰੰਗਤ ਨਹੀਂ ਕੋਈ ਵੀ ਹੈਗੀ, ਇਹ ਪੁਲਿਸ ਆਪਣੇ ਤਰੀਕੇ ਨਾਲ ਹੀ ਕਰ ਰਹੀ ਹੈ ਜੀ। ਕਿਸ ਤਰੀਕੇ ਨਾਲ ਚੱਲ ਰਿਹਾ ਵਾ ਤੇ ਖੂਨਦਾਨ ਕਰਨ ਦੇ ਜਿਹੜਾ ਖੂਨਦਾਨ ਕਰਦਾ ਉਹਨੂੰ ਕੀ ਫਾਇਦਾ ਮਿਲਦਾ? ਖੂਨਦਾਨ ਕਰਨ ਵਾਲੇ ਨੂੰ ਤਾਂ ਉਹਦਾ ਸਰੀਰ ਨਰੋਆ ਹੋ ਜਾਂਦਾ ਜੀ। ਜਿਹੜਾ ਕੋਈ ਖੂਨ ਤੇ ਵੱਧਦਾ ਘਟਦਾ ਰਹਿੰਦਾ, ਜਦੋਂ ਬੰਦੇ ਦੇ ਵਿੱਚ ਖੂਨ ਛੇਤੀ ਜਿਹੜੀ ਹੈ ਮਤਲਬ ਪੂਰਾ ਹੋ ਜਾਂਦਾ, ਦਿੱਤਾ ਵੀ ਜਾਂਦਾ ਤੇ ਨਵਾਂ ਖੂਨ ਬਣ ਜਾਂਦਾ ਜੀ। ਪੁਲਿਸ ਮੁਲਾਜ਼ਮ ਤੇ ਖੂਨਦਾਨ ਕਰ ਹੀ ਰਹੇ, ਹੋਰ ਵੀ ਲੋਕ ਇੱਥੇ ਆ ਕੇ ਖੂਨਦਾਨ ਕਰਦੇ? ਹੋਰ ਵੀ ਆ ਰਹੇ ਨੇ ਜੀ, ਜਿਹੜੇ ਪੁਲਿਸ ਦੇ ਸੰਬੰਧਿਤ ਲੋਕ ਨੇ ਜਿਨ੍ਹਾਂ ਨੂੰ ਆਪ ਬੁਲਾਇਆ ਵੀ ਆਓ ਜਿਹਨੇ ਖੂਨਦਾਨ ਕਰਨਾ, ਉਹ ਇਸ ਤਰ੍ਹਾਂ ਕਰ ਰਹੇ ਨੇ ਜੀ। ਬਹੁਤ ਵਧੀਆ ਚੱਲ ਰਿਹਾ। ਲੋਕਾਂ ਨੂੰ ਇਹ ਅਪੀਲ ਆ ਵੀ ਖੂਨਦਾਨ ਕਰਨਾ ਚਾਹੀਦਾ ਜੀ। ਇਹ ਬੇਸਹਾਰਾ ਦੀ ਲੋੜਵੰਦ ਦੀ ਇਹ ਲੋੜ ਪੂਰੀ ਹੋ ਜਾਂਦੀ ਆ ਤੇ ਆਪਾਂ ਨੂੰ ਖੂਨ ਦੇਣ ਵਾਲੇ ਨੂੰ ਇਹਦੇ ਨੁਕਸਾਨ ਕੋਈ ਨਹੀਂ ਹੁੰਦਾ। ਇਹ ਸਰ ਮੈਂ ਤੁਹਾਨੂੰ ਸ਼ੁਰੂ ਤੋਂ ਅੱਜ ਦੱਸਣਾ ਚਾਹੁੰਦਾ, ਅੱਜ ਦਾ ਦਿਨ ਜਿਹੜਾ ਹੈ ਅਸੀਂ ਜਿਹੜਾ 26 ਤਰੀਕ ਨੂੰ ਨਸ਼ਾ ਵਿਰੋਧੀ ਦਿਵਸ ਜਿਹੜਾ ਸਾਰੇ ਹਿੰਦੁਸਤਾਨ ਦੇ ਵਿੱਚ ਕੀ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ, ਉਹਦੇ ਤਹਿਤ ਅੱਜ ਅਸੀਂ ਸਵੇਰ ਤੋਂ ਹੀ ਵੱਖ-ਵੱਖ ਪ੍ਰੋਗਰਾਮ ਵੱਖ-ਵੱਖ ਜਿਹੜੇ ਈਵੈਂਟ ਆ ਉਹ ਕੰਡਕਟ ਕੀਤੇ ਆ। ਅਸੀਂ ਸਵੇਰੇ ਜਿਹੜਾ ਹੈ ਇੱਕ ਮੈਰਾਥਨ ਉਹ ਕੰਡਕਟ ਕੀਤੀ ਸੀ, ਜਿਸ ਵਿੱਚ ਸ਼ਹਿਰ ਦੇ ਮੰਨੇ ਪਰਮੰਨੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਜਾਂ ਡਾਕਟਰ ਨੇ ਉਹ ਸਾਡੇ ਵਿੱਚ ਸ਼ਾਮਲ ਹੋਏ ਸੀ, ਇੰਟਰਨੈਸ਼ਨਲ ਪਲੇਅਰ ਸ਼ਾਮਲ ਹੋਏ ਸੀ ਔਰ ਜਿਹਦੇ ਵਿੱਚ ਸਾਡੇ ਸੀਨੀਅਰ ਆਫੀਸਰ ਔਰ ਪੁਲਿਸ ਔਰ ਸਹਾਰਾ ਕਲੱਬ ਔਰ ਸਾਰੇ ਬਟਾਲਾ ਨਿਵਾਸੀ ਜਿਹੜੇ ਆ ਵੱਖ-ਵੱਖ ਥਾਵਾਂ ਤੋਂ ਜਿਹੜੇ ਵੱਖ-ਵੱਖ ਰਿਪਰੈਜ਼ੈਂਟ ਕਰਦੇ ਆ ਆਪਣੀਆਂ ਐਸੋਸੀਏਸ਼ਨ ਨੂੰ। ਸੋ ਉਹ ਸਵੇਰੇ ਪਹਿਲਾਂ ਅਸੀਂ ਮੈਰਾਥਨ ਜਿਹੜੀ ਉਹ ਕਰਾਈ ਆ ਜੀ ਔਰ ਉਹਦੇ ਤੋਂ ਬਾਅਦ 'ਚ ਅਸੀਂ ਆਪਣੀ ਪੁਲਿਸ ਲਾਈਨ ਬਟਾਲਾ ਦੇ ਵਿੱਚ ਖੂਨਦਾਨ ਦਾ ਕੈਂਪ ਜਿਹੜਾ ਹੈ, ਬਲੱਡ ਡੋਨੇਸ਼ਨ ਦਾ ਕੈਂਪ ਜਿਹੜਾ ਹੈ ਉਹ ਅਸੀਂ ਕੈਂਪ ਲਗਾਇਆ ਜੀ, ਜਿਹੜਾ ਸਿਵਲ ਹਸਪੀਟਲ ਤੋਂ ਸਾਡੇ ਡਾਕਟਰ ਸਾਹਿਬਾਨ ਆ ਕੇ ਤੇ ਉਹਨਾਂ ਨੇ ਸਾਡਾ ਜਿਹੜਾ ਹੈ ਉਹ ਬਲੱਡ ਡੋਨੇਸ਼ਨ ਦੇ ਵਿੱਚ ਸਾਥ ਦਿੱਤਾ, ਜਿਹਦੇ ਅੱਜ ਜਿਹੜਾ 100 ਯੂਨਿਟ ਤੋਂ ਵੱਧ ਜਿਹੜਾ ਹੈ ਉਹ ਸਾਡੇ ਪੰਜਾਬ ਪੁਲਿਸ ਦੇ ਅਫਸਰ ਸਾਹਿਬਾਨ ਤੇ ਸਾਡੇ ਜਵਾਨਾਂ ਵੱਲੋਂ ਬਲੱਡ ਡੋਨੇਟ ਕੀਤਾ ਗਿਆ ਜੀ। ਔਰ ਇਸ ਤਰ੍ਹਾਂ ਹੀ ਇੱਥੇ ਵੱਖ-ਵੱਖ ਜਿਹੜੀਆਂ ਸੰਸਥਾਵਾਂ ਸੀ ਜਿਹਦੇ ਵਿੱਚ ਕੋਈ NGO ਸਨ, ਉਹਨਾਂ ਨੇ ਅੱਜ ਇੱਕ ਨਾਟਕ ਕੀਤਾ ਔਰ ਲੈਕਚਰ ਕੀਤਾ ਔਰ ਹੋਰ ਕਈ ਇਸ ਤਰ੍ਹਾਂ ਪ੍ਰੋਗਰਾਮ ਜਿਹੜੇ ਸਾਡੇ ਸਾਰਾ ਦਿਨ ਅੱਜ ਜਿਹੜੇ ਉਹ ਚੱਲ ਰਹੇ ਆ। ਸੋ ਇਹਦੇ ਵਿੱਚ ਆ ਕੇ ਉਹਨਾਂ ਨੂੰ ਅਸੀਂ ਸਨਮਾਨਿਤ ਵੀ ਕੀਤਾ। ਨਸ਼ੇ ਦੇ ਵਪਾਰੀਆਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ? ਨਸ਼ੇ ਦੇ ਵਪਾਰੀਆਂ ਨੂੰ ਮੈਂ ਚੇਤਾਵਨੀ ਇਹ ਦੇਣੀ ਚਾਹੁੰਦਾ ਸਰ ਕਿ ਜਿਸ ਤਰ੍ਹਾਂ ਮੈਂ ਪਹਿਲਾਂ STF 'ਚ 3.5 ਸਾਲ ਰਹਿ ਕੇ ਆਇਆ ਔਰ ਉੱਥੇ ਵਰਕ ਕੀਤਾ, ਸੇਮ ਤਰਜ਼ ਤੇ ਮੈਂ ਇੱਥੇ ਵੀ ਵਰਕ ਕਰ ਰਿਹਾ ਔਰ ਬਟਾਲਾ ਦੇ ਵਿੱਚ ਜਿਹੜੀਆਂ ਰਿਕਵਰੀਆਂ ਹੋਈਆਂ ਨੇ ਉਹ ਪਿਛਲੇ ਸਮੇਂ ਨਾਲੋਂ ਕਿਤੇ ਵੱਧ ਕੇ ਨੇ। ਸੋ ਇਹਦੇ 'ਚ ਇਹ ਨਹੀਂ ਮੈਂ ਕਹਿੰਦਾ ਵੀ ਨਸ਼ਾ ਜਿਹੜਾ ਵਾ ਉਹ ਮੁੱਕ ਗਿਆ ਜਾਂ ਵਧਿਆ ਜਾਂ ਘਟਿਆ। ਸੋ ਨਸ਼ਾ ਜਿਹੜਾ ਸਾਡਾ ਬਾਰਡਰ ਦਾ ਡਿਸਟ੍ਰਿਕਟ ਹੋਣ ਕਰਕੇ ਨਸ਼ਾ ਜਿਹੜਾ ਇੱਥੇ ਆਮ ਵਿਕਦਾ ਔਰ ਇੱਕ ਟ੍ਰਾਂਜੈਂਟ ਰੂਟ ਵੀ ਆ, ਕਿਉਂਕਿ JNK ਤੋਂ ਆਉਂਦਾ ਤੇ ਇਧਰ ਗਾਂ ਜ਼ਿਆਦਾ ਕੰਜੰਪਸ਼ਨ ਸਾਡੇ ਬਾਰਡਰ ਤੇ ਜਿੱਦਾਂ ਤਰਨਤਾਰਨ, ਮਜੀਠਾ ਵਾ, ਅੰਮ੍ਰਿਤਸਰ ਆ, ਉਧਰ ਵੀ ਜਿਹੜਾ ਇਹ ਹੁੰਦਾ ਵਾ ਜਾਂਦਾ। ਸੋ ਨਸ਼ੇ ਦੇ ਸੌਦਾਗਰਾਂ ਨੂੰ ਇਹ ਚੇਤਾਵਨੀਆਂ ਵੀ ਤੁਸੀਂ ਜਿਹੜਾ ਹੈ ਉਹ ਸਾਵਧਾਨ ਹੋ ਜਾਓ। ਸਾਡੇ ਲੋਕਾਂ ਨੂੰ ਇਸ ਤਰ੍ਹਾਂ ਤੁਸੀਂ ਨਹੀਂ ਕਰ ਸਕਦੇ ਤੇ ਨਾ ਅਸੀਂ ਕਰਨ ਦੇਣਾ। ਇਹ ਸਾਡੇ ਲੋਕ ਨੇ, ਸਾਡੇ ਭਰਾ ਨੇ, ਸਾਡੇ ਪਰਿਵਾਰ ਨੇ ਤੇ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਕਿ ਤੁਸੀਂ ਇਹਨਾਂ ਨੂੰ ਨਸ਼ੇ ਦਾ ਜਿਹੜਾ ਹੈ ਉਹ ਆਦੀ ਬਣਾਓ ਜਾਂ ਇੱਥੇ ਨਸ਼ਾ ਜਿਹੜਾ ਵਾ ਉਹ ਵੇਚੋ। ਇਹਨਾਂ ਨੂੰ ਅਸੀਂ ਬੁੱਕ ਕਰਾਂਗੇ ਔਰ ਵੱਧ ਤੋਂ ਵੱਧ ਸਜ਼ਾਵਾਂ ਦਿਵਾਵਾਂਗੇ
ਔਰ ਨਾਲ ਹੀ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਜਿਹੜੀਆਂ ਨੇ ਉਹ ਜ਼ਬਤ ਕਰਾਵਾਂਗੇ। ਸਾਡੇ ਐਸਪੀ ਡੀ ਸਾਹਿਬ ਖਲੋਤੇ ਆ ਔਰ ਸਾਡਾ ਹੀ ਇੱਕ ਵੱਖਰਾ ਜਿਹੜਾ ਉਹ ਇੱਕ ਗਰੁੱਪ ਬਣਾਇਆ ਹੋਇਆ ਜਿਹੜਾ ਕਿ ਇਸ ਉੱਤੇ ਹੀ ਵਰਕ ਕਰ ਰਿਹਾ ਕਿ ਇਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਅਟੈਚ ਕਰਾ ਰਹੇ ਆ। ਸੋ ਅਸੀਂ ਜਿਹੜਾ ਨਸ਼ੇ ਵਾਲਿਆਂ ਨੂੰ ਇਹੋ ਚੇਤਾਵਨੀ ਆ ਵੀ ਖਬਰਦਾਰ ਹੋ ਜਾਓ, ਤੁਹਾਨੂੰ ਇਹ ਕਾਮਯਾਬੀ ਨਹੀਂ ਮਿਲਣੀ। ਇਸ ਕਰਕੇ ਇਹ ਕੰਮ ਨੂੰ ਛੱਡ ਕੇ ਤੇ ਚੰਗਾ ਕੰਮ ਕਰੋ। मैं जिन्ना पर्चे पे ਇਹ ਜੀ ਡਿਸਟ੍ਰਿਕਟ ਡੀਐਫਐਸਓ ਮੈਡਮ ਦੀ ਇੱਕ ਟੀਮ ਆਈ ਸੀ, ਉਹਦੇ ਨਾਲ ਸਾਡੇ ਐਸਐਚਓ ਮਿਹਰਬਾਨ ਤੇ ਇੰਚਾਰਜ ਸੀਆਈਏ ਵੱਲੋਂ ਚੈੱਕ ਕੀਤੀ ਗਈ ਸੀ। ਕਾਰਨ ਗੈਸ ਨਾਂ ਦੀ ਏਜੰਸੀ ਦਾ ਗਡਾਊਨ ਸੀ। ਉਹਨਾਂ ਕੋਲ ਇਨਫੋਰਮੇਸ਼ਨ ਸੀ ਵੀ ਉਹ ਜਿਹੜੇ ਉੱਥੇ ਹੈਗੇ ਸਿਲੰਡਰਾਂ ਨੂੰ ਦੇ ਵਿੱਚੋਂ ਗੈਸ ਕੱਢ ਕੇ ਤੇ ਉਹ ਕਾਲਾਬਾਜ਼ਾਰੀ ਕਰ ਰਹੇ ਆ ਤੇ ਕਸਟਮਰ ਨੂੰ ਜਿਹੜਾ ਹੈ ਘੱਟ ਗੈਸ ਜਿਹੜੀ ਉਹ ਡਿਲੀਵਰ ਕੀਤੀ ਜਾ ਰਹੀ ਹੈ। ਉਸ ਰੇਟ ਦੇ ਵਿੱਚ 170 ਸਿਲੰਡਰ ਜਿਹੜੇ ਆ ਮੌਕੇ ਤੋਂ ਫੜੇ ਗਏ, ਜਿਨ੍ਹਾਂ 'ਚ ਕੁਝ ਸਿਲੰਡਰ ਇਹੋ ਜਿਹੇ ਜਿਨ੍ਹਾਂ 'ਚ ਗੈਸ ਘੱਟ ਹੈ। 4 ਆਟੋ ਮਿਲੇ ਆ ਤੇ ਇੱਕ ਕੰਡਾ ਮਿਲਿਆ ਜਿਹਦੇ ਤੇ ਵੇਟ ਕੀਤਾ। ਉਹਦੇ ਵਿੱਚ ਕੇਸ ਰਜਿਸਟਰਡ ਹੈ। ਇੰਸਪੈਕਟਰ ਪ੍ਰਵੀਨ ਜਿਹੜੇ ਹੈ ਇੰਚਾਰਜ CA2 ਉਹ ਇਨਵੈਸਟੀਗੇਸ਼ਨ ਕਰ ਰਹੇ ਤੇ ਕੇਸ ਰਜਿਸਟਰਡ ਕਰਨ ਤੋਂ ਬਾਅਦ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਿਹੜੀ ਏਜੰਸੀ ਕਿੱਥੇ ਹੈਗੀ ਹੈ ਏਜੰਸੀ? ਇਹ ਏਜੰਸੀ ਦਾ ਤਾਂ ਦਫ਼ਤਰ ਤਾਂ ਇੱਧਰ ਸ਼ਹਿਰ 'ਚ ਉੱਥੇ ਗਡਾਊਨ ਸੀ ਇਹਨਾਂ ਦਾ। ਜਿਹੜਾ ਮਾਮਲਾ ਦਰਜ ਹੋ ਗਿਆ ਇਹਨਾਂ ਦੇ ਕਾਬੂ? ਹਾਂਜੀ, ਕੇਸ ਰਜਿਸਟਰਡ ਹੈ। ਇੰਸਪੈਕਟਰ ਪ੍ਰਵੀਨ ਜਿਹੜੇ ਆ ਉਹ CIA ਇੰਚਾਰਜ ਜਿਹੜੇ ਉਹ ਤਫਤੀਸ਼ ਕਰ ਰਹੇ। ਕੋਈ ਇਹਨਾਂ ਦੇ ਲਾਇਸੈਂਸ ਵਗੈਰਾ ਰੱਦ ਕਰਨ ਦਾ ਵੀ ਕੋਈ ਮਾਮਲਾ? ਉਹਦੇ ਬਾਰੇ DFSO ਡਿਪਾਰਟਮੈਂਟ ਜਿਹੜਾ ਇਹਨਾਂ ਦਾ ਹੈਗਾ ਉਹਨਾਂ ਦਾ ਹਰ ਇੱਕ ਜ਼ਿਲ੍ਹਾ ਹੈੱਡਕੁਆਟਰ ਤੇ ਐਮਰਜੈਂਸੀ ਇੱਕ ਕਾਲਾ ਦਿਨ ਦਿਵਸ ਦੇ ਨਾਤੇ ਅਸੀਂ ਅਬਜ਼ਰਵ ਕੀਤਾ ਔਰ ਇੱਦਾਂ ਹੀ ਪ੍ਰੈਸ ਕਾਨਫਰੰਸ ਜਿਹੜੇ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਟਰ ਤੇ ਕੀਤੀਆਂ। ਕਹਿੰਦੇ ਨੇ ਵੀ ਜਿਹੜੀਆਂ ਕੌਮਾਂ ਆਪਣਾ ਪਿਛੋਕੜ ਭੁੱਲ ਜਾਂਦੀਆਂ ਉਹ ਕੌਮਾਂ ਖਤਮ ਹੋ ਜਾਂਦੀਆਂ। ਇਹ ਜੋ ਵੀ ਅਸੀਂ ਕਰਦੇ ਹਾਂ ਇਹ ਹਿੰਦੁਸਤਾਨੀਆਂ ਨੂੰ ਅਸੀਂ ਯਾਦ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ, ਆਪਣੇ ਲੋਕਾਂ ਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨਾ ਭੈੜਾ ਸਮੇਂ ਆਇਆ ਸੀ ਜਦ ਇੱਕ ਪ੍ਰਧਾਨ ਮੰਤਰੀ ਨੇ ਸਾਰੇ ਫੰਡਾਮੈਂਟਲ ਰਾਈਟਸ ਹੀ ਖਤਮ ਨਹੀਂ ਕੀਤੇ ਸੀ। ਲੱਖਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਧੱਕਤਾ ਸੀ ਬਗੈਰ ਕਿਸੇ ਕਾਰਨ। ਔਰ ਉਸ ਦੌਰਾਨ ਦੇ ਵਿੱਚ ਕਹਿੰਦੇ ਸੀ ਵੀ ਨੋ ਅਪੀਲ, ਨੋ ਦਲੀਲ, ਨੋ ਵਕੀਲ, ਯਾਨੀ ਕੋਈ ਸੁਣਦਾ ਹੀ ਨਹੀਂ ਸੀ। ਔਰ ਕੋਰਟਾਂ ਵੀ ਇੰਨੇ ਪ੍ਰੈਸ਼ਰ ਦੇ ਥੱਲੇ ਸੀ ਔਰ ਕੋਰਟਾਂ ਤਾਂ ਆਪਣੀ ਜਗ੍ਹਾ, ਪ੍ਰੈਸ ਤੇ ਬਹੁਤ ਜ਼ਿਆਦਾ ਸੈਂਸਰਸ਼ਿਪ ਸੀ ਔਰ ਕਈ ਪ੍ਰੈਸ ਹਾਊਸਿਸ ਦੀ ਉਹਨਾਂ ਨੇ ਬਿਜਲੀ ਬੰਦ ਕਰਤੀ ਔਰ ਕਈ ਪ੍ਰੈਸ ਆਪਣੇ ਕਾਲਮ ਦੇ ਵਿੱਚ ਖਾਲੀ ਕਾਲਮ ਛੱਡ ਦਿੰਦੇ ਸੀ, ਲਿਖ ਦਿੰਦੇ ਸੀ ਸੈਂਸਰਡ। ਇਹ ਲਗਭਗ 21 ਮਹੀਨੇ ਜਿਹੜੀ ਐਮਰਜੈਂਸੀ ਲੱਗੀ ਔਰ ਉਸ ਦੇ ਵਿੱਚ ਇੱਕ ਐਕਸਟਰਾ ਕੰਸਟੀਟਿਊਸ਼ਨਲ ਅਥਾਰਟੀ ਸੀ ਮਿਸਿਸ ਗਾਂਧੀ ਦਾ ਮੁੰਡਾ ਸੰਜੇ ਗਾਂਧੀ, ਜਿਹਨੇ ਫੋਰਸਡ ਮਾਸ ਸਟਰਲਾਈਜੇਸ਼ਨ ਕੀਤੀ, ਜਿੱਦਾਂ ਜਾਨਵਰਾਂ ਦੀ ਸਟਰਲਾਈਜੇਸ਼ਨ ਕੀਤੀ ਜਾਂਦੀ ਹੈ ਇਸ ਤਰੀਕੇ ਨਾਲ ਬੰਦਿਆਂ ਦੀ ਕੀਤੀ। ਮੈਂ ਹੁਣੇ ਦੱਸਿਆ ਕਿ ਕਿਸ ਤਰੀਕੇ ਨਾਲ 800 ਬੰਦਿਆਂ ਦੀ ਸਟਰਲਾਈਜੇਸ਼ਨ ਇਕੱਠੀ ਕਰਤੀ ਔਰ ਕਿਸ ਤਰੀਕੇ ਨਾਲ 17 ਲੋਕ ਪੁਲਿਸ ਸਟੇਸ਼ਨ ਲੈ ਕੇ ਗਏ। ਜਦ ਲੋਕਾਂ ਨੇ ਪ੍ਰੋਟੈਸਟ ਕੀਤਾ ਉਹਨਾਂ ਤੇ ਗੋਲੀ ਚਲਾ ਕੇ 30 ਲੋਕਾਂ ਨੂੰ ਮੌਤ ਦੇ ਘਾਟ ਉਤਾਰਤਾ। ਸੋ ਇਹ ਦੁਬਾਰਾ ਅਧਿਆਇ ਨਾ ਆਵੇ। ਸਾਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ, ਯਾਦ ਰੱਖਣਾ ਚਾਹੀਦਾ ਔਰ ਅਸੀਂ ਅੱਜ ਦੇ ਦਿਨ ਜਿਹੜੇ ਨੇ ਜਿਨ੍ਹਾਂ ਨੇ
ਐਮਰਜੈਂਸੀ ਦੇ ਦੌਰਾਨ ਜੇਲ੍ਹਾਂ ਕੱਟੀਆਂ ਔਰ ਦੇਸ਼ ਦੀ ਦੂਜੀ ਆਜ਼ਾਦੀ ਦੀ ਲੜਾਈ ਲੜੀ। ਅਸੀਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਔਰ ਅੱਜ ਭਾਰਤੀ ਜਨਤਾ ਪਾਰਟੀ ਦੀ ਜੇ ਹੋਂਦ ਹੈ, ਜੇ ਭਾਰਤੀ ਜਨਤਾ ਪਾਰਟੀ ਦਾ ਪ੍ਰਾਈਮ ਮਿਨਿਸਟਰ ਹੈ, ਪ੍ਰੈਜ਼ੀਡੈਂਟ ਹੈ ਜਾਂ ਹੋਰ ਵਾਈਸ ਪ੍ਰੈਜ਼ੀਡੈਂਟ ਹੈ, ਇਹ ਲੋਕਾਂ ਦੇ ਬਲੀਦਾਨ ਕਾਰਨ ਜੋ ਚਲੇ ਗਏ ਸਾਡੇ ਵਿੱਚੋਂ ਔਰ ਜਿਹੜੇ ਹੈਗੇ ਨੇ ਉਹਨਾਂ ਦੀ ਕੰਟਰੀਬਿਊਸ਼ਨ ਕਾਰਨ ਇਹ ਸੰਭਵ ਹੋਇਆ। ਅਸੀਂ ਇਹਨਾਂ ਨੂੰ ਨਮਨ ਕਰਦੇ ਹਾਂ ਔਰ ਹਮੇਸ਼ਾ ਇਹ ਸਾਡਾ ਪ੍ਰੇਰਨਾ ਸਰੋਤ ਰਹਿਣਗੇ। ਪੰਜਾਬ 'ਚ ਤੁਸੀਂ ਸੀਟਾਂ ਜਿਹੜੀਆਂ ਲੜੋਗੇ ਜਾਂ ਫਿਰ ਪੋਸਟਪੋਨ ਕਰੋਗੇ?